आ रही थोड़ी नहीं आवाज आ रही वीर जी। अच्छा ओके ओके आ गई आवाज ਹੁਣ ਆ ਗਈ ਆ ਗਈ ਆਵਾਜ਼ ਜੀ, ਆ ਗਈ, ਬਹੁਤ ਸੋਹਣੀ ਆਈ ਆਵਾਜ਼। ਮੈਂ ਨਾ ਐਕਚੁਅਲੀ ਜਿਹੜਾ ਹੈ ਨਾ ਮੈਨੂੰ ਇਧਰੋਂ ਜਿਹੜਾ ਹੈਗਾ ਉਹ ਜੁਆਇਨਿੰਗ ਦਾ ਆਪਸ਼ਨ ਹੀ ਚਲਾ ਗਿਆ ਸੀਗਾ ਫਿਰ ਉਹ WhatsApp ਤੇ ਜਾ ਕੇ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी ਹਾਂਜੀ ਅੱਜ ਆਪਾਂ 631 ਅੰਗ ਦੇ ਉੱਤੇ ਹੈਗੇ ਆ 631 ਔਰ 93ਵਾਂ ਸ਼ਬਦ ਲੈ ਰਹੇ ਆ ਸੀਰੀਜ਼। ਇਹ ਸੀਰੀਜ਼ ਜਿਹੜੀ ਹੈਗੀ ਆ ਇਹ ਲੜੀ ਜਿਹੜੀ ਹੈਗੀ ਇਹਦਾ 29ਵਾਂ ਸ਼ਬਦ। ਸੁਨੋ ਸੋਠ ਮਹੱਲਾ ਪੰਜਵਾਂ। ਸੁਨੋ ਬਿਨੰਤੀ ਠਾਕੁਰ ਮੇਰੇ ਜੀ ਜੰਤ ਤੇਰੇ ਧਾਰੇ। ਇਸ ਤੋਂ ਪਹਿਲਾਂ ਦੇਖ ਲਓ ਪਹਿਲਾ ਸ਼ਬਦ ਸੀਗਾ ਸਿਮਰੋ ਆਪਣਾ ਸਾਈਂ ਦਿਨ ਸਰੈਣ ਸਦ ਧਿਆਈ ਹਾਥ ਦੇ ਜਿਨ ਰਾਖੇ ਹਰ ਨਾਮ ਮਹਾਰਸ ਚਾਖੇ ਆਪਣੇ ਗੁਰੂ ਉੱਪਰ ਕੁਰਬਾਨ ਪਾਏ ਕਿਰਪਾਲ ਪੂਰਨ ਪ੍ਰਭ ਦਾਤੇ ਜੀ ਹੋਏ ਮਿਹਰਬਾਨ ਰਹਾਓ ਨਾਨਕ ਜਨ ਸਰਣਾਈ ਜਿਨ ਪੂਰਨ ਪੈਜ ਰਖਾਈ ਸਗਲੇ ਦੁੱਖ ਮਿਟਾਈ ਸੁਖ ਪੁੰਚੋ ਮੇਰੇ ਭਾਈ। ਇਹਦੇ ਵਿੱਚ ਜਿਹੜਾ ਹੈਗਾ ਫਿਰ ਮਹਾਰਾਜ ਜਿਹੜੇ ਹੈਗੇ ਹੁਣ ਸਮਦ੍ਰਿਸ਼ਟੀ ਹੋ ਕੇ ਜਿਹੜੇ ਹੈਗੇ ਕਹਿੰਦੇ ਮਾਲਕਾ ਇਹ ਗੇਮ ਤਾਂ ਤੇਰੀ ਪਾਈ ਹੋਈ ਆ, ਸਾਰਾ ਜਿਹੜਾ ਹੈਗਾ ਇਹ ਮਾਇਆ ਇਹ ਤੂੰ ਬਣਾਈ ਹੈ ਮਾਇਆ। ਔਰ ਜੀਵ ਜਿਹੜੇ ਹੈਗੇ ਇਹ ਇੰਨੀ ਜ਼ਿਆਦਾ ਪ੍ਰਬਲ ਹੈਗੀ ਮਾਇਆ ਕਿ ਇਹ ਜਿਹੜੀ ਹੈਗੀ ਇੰਨੀ ਪਾਵਰ ਦਿੱਤੀ ਹੋਈ ਹੈ ਇਹਨੂੰ ਕਿ ਹੋਰ ਕੋਈ ਤਰੀਕਾ ਜਿਹੜਾ ਹੈਗਾ ਬਗੈਰ ਜਿਹੜਾ ਹੈਗਾ ਬ੍ਰਹਮ ਗਿਆਨੀਆਂ ਦੇ ਬਗੈਰ ਜਿਹੜੇ ਹੈਗੇ ਆ ਗੁਰੂਆਂ ਦੇ ਬ੍ਰਹਮ ਗਿਆਨੀਆਂ ਦੇ ਔਰ ਜਿਨ੍ਹਾਂ ਨੇ ਜਿਹੜੇ ਹੈਗੇ ਅਭਿਆਸੀਆਂ ਨੇ ਜਿਨ੍ਹਾਂ ਨੇ ਇਹ ਯਾਤਰਾ ਕਰ ਲਈ ਆ ਜਾਂ ਜਿਹੜੇ ਕਰ ਰਹੇ ਆ ਸਹੀ ਗਾਈਡੈਂਸ ਜਿਨ੍ਹਾਂ ਨੂੰ ਮਿਲ ਗਈ ਆ ਉਹਨਾਂ ਦੀ ਵੀ ਸਿਹਤ ਹੁੰਦੀ ਆ ਭਾਈ। ਉਹਨਾਂ ਦੀ ਸਿਹਤ ਕਹਿੰਦੇ ਆ ਉਸ ਤੋਂ ਬਗੈਰ ਇਹ ਯਾਤਰਾ ਜਿਹੜੀ ਹੈਗੀ ਇਹ ਮਾਇਆ ਜਿਹੜੀ ਹੈਗੀ ਇਹਦੇ ਨਾਲ ਜਿਹੜਾ ਹੈਗਾ ਲੋਹਾ ਲੈਣਾ ਬਹੁਤ ਮੁਸ਼ਕਲ ਹੈਗਾ, ਬਹੁਤ ਹੀ ਮੁਸ਼ਕਲ ਹੈ। ਕੋਈ ਹੋਰ ਆਪਸ਼ਨ ਹੀ ਨਹੀਂ ਹੈ। ਬਾਕੀ ਸਾਰੇ ਪਾਸਿਓਂ ਮਾਇਆ ਨੇ ਹਰਾ ਦੇਣਾ ਹੈ ਆਪਾਂ ਨੂੰ। ਬਸ ਇੱਕੋ ਹੀ ਜਿਹੜਾ ਹੈਗਾ ਇੱਕ ਜਗ੍ਹਾ 'ਤੇ ਜਾ ਕੇ ਇਹ ਜਿਹੜੀ ਹੈ ਸ਼ਾਂਤ ਹੋ ਜਾਂਦੀ ਹੈ ਕਿਉਂਕਿ ਇਹ ਇਨਸਾਨ ਨੂੰ ਜਿਹੜਾ ਹੈਗਾ ਵਿਚਾਰਾਂ ਦੇ ਵਿੱਚ ਟਰੈਪ ਕੀਤਾ ਹੈ ਔਰ ਵਿਚਾਰ ਜਿਹੜੇ ਹੈਗੇ ਆ ਇਹਨਾਂ ਨੂੰ ਬੰਦ ਕੀਤੇ, ਇਹਨਾਂ ਨੂੰ ਪਾਸੇ ਕੀਤੇ ਬਗੈਰ ਜਿਹੜਾ ਹੈਗਾ ਇਹ ਮਾਇਆ ਕਾਬੂ ਆ ਹੀ ਨਹੀਂ ਸਕਦੀ। ਇੱਥੇ ਮਹਾਰਾਜ ਸਮਦ੍ਰਿਸ਼ਟੀ ਹੋ ਕੇ ਪਰਮਾਤਮਾ ਦੇ ਅੱਗੇ ਬੇਨਤੀ ਕਰਦੇ ਆ ਸੁਨੋ ਬਿਨੰਤੀ ਠਾਕੁਰ ਮੇਰੇ ਜੀ ਜੰਤ ਤੇਰੇ ਧਾਰੇ। ਕਹਿੰਦੇ ਇਹ ਸਾਰੀਆਂ ਜੂਨਾਂ ਜਿਹੜੀਆਂ ਹੈਗੀਆਂ ਇਹ ਤੇਰੇ ਧਾਰੇ ਹੋਏ ਆ, ਤੂੰ ਇਹਨਾਂ ਨੂੰ ਆਸਰਾ ਦੇ ਰਿਹਾ ਆ। ਇਹ ਸਾਰਾ ਦਾ ਸਾਰਾ ਜਿਹੜਾ ਹੈਗਾ ਸਿਸਟਮ ਤੇਰਾ ਹੈਗਾ। ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਵਨ ਹਾਰੇ। ਇਸ ਕਰਕੇ ਮਾਲਕਾ ਤੇਰੇ ਨਾਮ ਦੀ ਜਿਹੜੀ ਹੈਗੀ ਇੱਕ ਰਸਤਾ ਜਿਹੜਾ ਤੂੰ ਰੱਖਿਆ ਹੋਇਆ ਆ, ਬਸ ਉਸ ਤੇਰੇ ਨਾਮ ਦੀ ਪੈਜ ਰੱਖ। ਉਹ ਨਾਮ ਦੇ ਕੇ ਜਿਹੜਾ ਹੈਗਾ ਇਹਨਾਂ ਨੂੰ ਧਾਰ ਕਿਉਂਕਿ ਜਿਹੜਾ ਹੈਗਾ ਇਹ ਬੁਰਾਈ ਇਹ ਭਲਾਈ ਇਹ ਸਾਰਾ ਜਿਹੜਾ ਹੈਗਾ ਪਾਪ ਪੁੰਨ ਇਹ ਤੇਰੇ ਪਾਏ ਹੋਏ ਆ। ਪ੍ਰਭ ਜੀਓ ਖਸਮਾਨਾ ਕਰ ਪਿਆਰੇ। ਮਾਲਕਾ ਤੂੰ ਮਾਲਕ ਹੈਗਾ ਆ, ਤੂੰ ਮਾਲਕ ਹੈਗਾ ਆ ਮਾਲਕਾ। ਬੁਰੇ ਭਲੇ ਹਮ ਥਾਰੇ ਰਹਾਓ। ਕਹਿੰਦੇ ਬੁਰੇ ਆ ਭਲੇ ਹੈਗੇ ਆ ਤੇਰੇ ਹੈਗੇ ਆ। ਦੇਖ ਲਓ ਇੱਥੇ ਆਪਾਂ ਨੂੰ ਨੁਕਤਾ ਦੇ ਰਹੇ ਆ ਮਹਾਰਾਜ ਪੰਜਵੀਂ ਪਾਤਸ਼ਾਹੀ ਬਈ ਨਿਕਲਣਾ ਚਾਹੁੰਦੇ ਹੋ ਤੇ ਮਾਲਕ ਦੇ ਅੱਗੇ ਬੇਨਤੀ ਕਰ ਲਓ। ਜੀ ਖਸਮਾਨਾ ਕਰ ਪਿਆਰੇ ਦੁਬਾਰਾ ਦੱਸ ਦਿਓ। ਖਸਮਾਨਾ ਦਾ ਮਤਲਬ ਖਸਮ ਜਿਹੜਾ ਹੈਗਾ ਵੀ ਤੂੰ ਸਾਨੂੰ ਸਿਹਤ ਬਖਸ਼, ਤੂੰ ਸਾਡਾ ਖਸਮ ਬਣ, ਤੂੰ ਸਾਡਾ ਖਸਮ ਹੈਗਾ ਆ। ਪ੍ਰਭ ਜੀ ਉਹ ਖਸਮਾਨਾ ਕਰ ਪਿਆਰੇ। ਖਸਮ ਵਾਂਗੂ ਜਿਹੜਾ ਹੈਗਾ ਸਾਡੀ ਜਿਹੜੀ ਹੈ ਰਕਸ਼ਾ ਕਰ।
ਬੁਰੇ ਭਲੇ ਹਮ ਥਾਰੇ, ਤੇਰੇ ਹੈਗੇ ਆ, ਬੁਰੇ ਆ ਭਲੇ ਹੈਗੇ ਆ, ਜੋ ਵੀ ਗੁਣ ਹੈਗੇ ਅਵਗੁਣ ਹੈਗੇ, ਇਹ ਪਾਪ ਕਮਾ ਰਹੇ ਆ ਤੇ ਪਾਪੀ ਹੈਗੇ ਆ, ਪਰ ਹੈ ਤੇਰੇ ਹੈਗੇ ਆ ਅਸੀਂ। ਸੁਨੋ ਬੇਨੰਤੀ ਠਾਕੁਰ ਮੇਰੇ ਰਾਮ, ਸੁਨੋ ਬੇਨੰਤੀ ਠਾਕੁਰ ਮੇਰੇ ਜੀ ਜੰਤ ਤੇਰੇ ਤਾਰੇ। ਕਹਿੰਦੇ ਸਾਰੇ ਦੇ ਸਾਰੇ ਤੇਰੇ ਆ, ਤੇਰੇ ਤੂੰ ਇਹਨਾਂ ਨੂੰ ਆਸਰਾ ਦੇ ਰਿਹਾ ਹੈ ਤੇ ਨਾਮ ਦਾ ਆਸਰਾ ਵੀ ਦੇ। ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਵਨ ਹਾਰੇ, ਨਾਮ ਦੇ ਨਾਮ, ਮੈਨੂੰ ਆਪਣਾ ਨਾਮ ਦੇ। ਰਾਖ ਪੈਜ ਨਾਮ ਆਪਣੇ ਕੀ, ਕਿਉਂਕਿ ਨਾਮ ਦੇ ਦੁਆਰਾ ਹੀ ਜਿਹੜਾ ਹੈਗਾ ਮਾਲਕ ਪਰਮਾਤਮਾ ਦੇ ਜਿਹੜਾ ਹੈਗਾ ਉਹਦੇ ਵੱਲ ਨੂੰ ਤੁਰਿਆ ਜਾ ਸਕਦਾ ਹੈ। ਪ੍ਰਭ ਜੀਓ ਖਸਮਾਨਾ ਕਰ ਪਿਆਰੇ, ਬੁਰੇ ਭਲੇ ਹਮ ਥਾਰੇ ਰਹਾਓ। ਉਸੇ ਵੇਲੇ ਦੇਖ ਲਓ, ਉਸੇ ਵੇਲੇ ਨੈਕਸਟ ਜਿਹੜਾ ਹੈਗਾ ਸ਼ਬਦ ਵੀ ਕਲੋਜ਼ ਹੋ ਗਿਆ। ਜੀ ਖਸਮਾਨਾ ਇਜ਼ ਵਨ ਵਰਡ। ਖਸਮਾਨਾ ਇਜ਼ ਵਨ ਵਰਡ, ਬਿਲਕੁਲ ਵਨ ਵਰਡ। ਬੁਰੇ ਭਲੇ ਉਹ ਨਹੀਂ ਸੀਗਾ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਉਹ ਬਾਬਰ ਦੇ ਬਾਰੇ। ਖੁਰਾਸਾਨ ਨੂੰ ਜਿਹੜਾ ਹੈਗਾ, ਖੁਰਾਸਾਨ ਜਿਹੜਾ ਹਾਲੇ ਵੀ ਹੈਗਾ ਇੱਕ ਡਿਸਟ੍ਰਿਕਟ, ਇੱਕ ਏਰੀਆ ਹੈਗਾ ਅਫਗਾਨਿਸਤਾਨ ਦੇ ਵਿੱਚ। ਉਹ ਜਿਹੜਾ ਹੈਗਾ ਉਹਨੂੰ ਬਾਬਰ ਨੇ ਪਹਿਲਾਂ ਉਹਦਾ ਖਸਮ ਬਣਿਆ ਬਾਬਰ। ਖੁਰਾਸਾਨ ਖਸਮਾਨਾ ਕੀਆ, ਉੱਥੇ ਉਹਨੇ ਪਾਵਰ ਇਕੱਠੀ ਕੀਤੀ। ਉਸ ਤੋਂ ਬਾਅਦ ਫਿਰ ਉੱਥੋਂ ਫੌਜ ਲੈ ਕੇ ਹਿੰਦੁਸਤਾਨ ਆਇਆ। ਜੰਮ ਕਰ ਮੁਗਲ ਚੜਾਇਆ ਉੱਥੋਂ ਲੈ ਕੇ। ਹਾਂ, ਪ੍ਰਭ ਜੀਓ ਖਸਮਾਨਾ ਕਰ ਪਿਆਰੇ, ਬੁਰੇ ਭਲੇ ਹਮ ਥਾਰੇ ਰਹਾਓ। ਉਸੇ ਵੇਲੇ ਦੇਖੋ ਨੈਕਸਟ, ਸੁਣੀ ਪੁਕਾਰ ਸਮਰਥ ਸੁਆਮੀ ਬੰਧਨ ਗਾਠ ਸਵਾਰੇ। ਦੇਖ ਲਓ ਉਸੇ ਵੇਲੇ ਮਾਲਕ ਤਾਂ ਬੈਠਾ ਹੀ ਇਸ ਵਾਸਤੇ, ਉਹਨੇ ਗੇਮ ਹੀ ਪਾਈ ਹੈ ਬਈ ਤੂੰ ਪੁਕਾਰ ਤਾਂ ਕਰਨਾ, ਤੂੰ ਪੁਕਾਰ ਤਾਂ ਕਰ। ਤੇਰੇ ਅੰਦਰ ਤੈਨੂੰ ਮੈਨੂੰ ਮਿਲਣ ਦੀ ਜਿਹੜੀ ਹੈਗੀ, ਮੈਨੂੰ ਮਿਲਣ ਦੀ ਤੇਰੇ ਅੰਦਰ ਇੱਛਾ ਤਾਂ ਪੈਦਾ ਹੋਏ ਨਾ। ਤੂੰ ਮੇਰੇ ਵੱਲ ਨੂੰ ਮੂੰਹ ਤਾਂ ਕਰੇ ਨਾ, ਮੇਰੇ ਵੱਲ ਹੱਥ ਤਾਂ ਕਰੇ ਨਾ। ਪ੍ਰਭ ਜੀਓ ਖਸਮਾ ਨਾ ਕਰ ਪਿਆਰੇ, ਬੁਰੇ ਭਲੇ ਹਮ ਥਾਰੇ। ਦੇਖ ਲਓ ਕਿੰਨਾ ਜਿਹੜਾ ਹੈਗਾ ਮਤਲਬ ਕ੍ਰਿਸਟਲ ਕਲੀਅਰ ਹੈਗਾ। ਔਰ ਨੈਕਸਟ ਰਹਾਓ, ਸੁਣੀ ਪੁਕਾਰ ਸਮਰਥ ਸੁਆਮੀ ਬੰਧਨ ਕਾਟ ਸਵਾਰੇ। ਉਸੇ ਵੇਲੇ ਬੰਧਨ ਕੱਟ ਕੇ ਸਵਾਰਨਾ ਸ਼ੁਰੂ ਕਰ ਦਿੰਦਾ ਮਾਲਕ ਪਰਮਾਤਮਾ। ਉਸੇ ਵੇਲੇ ਗੁਰੂ ਮਿਲਾ ਦੇਗਾ, ਉਸੇ ਵੇਲੇ ਗਿਆਨ ਮਿਲ ਜਾਏਗਾ ਭਾਈ। ਸੁਣੀ ਪੁਕਾਰ ਸਮਰਥ ਸੁਆਮੀ ਬੰਧਨ ਕਾਟ ਸਵਾਰੇ, ਪਹਿਰ ਸਿਰੋ ਪਾਓ ਸੇਵਕ ਜਨ ਮੇਲੇ, ਨਾਨਕ ਪ੍ਰਗਟ ਪਹਾਰੇ। ਪਹਿਰ ਸਿਰੋ ਪਾਓ ਸੇਵਕ ਜਨ ਮੇਲੇ। ਔਰ ਜਿਹੜੇ ਇਸ ਤਰ੍ਹਾਂ ਫਿਰ ਗੁਰੂ ਨੂੰ ਮਿਲ ਕੇ ਜਿਹੜੇ ਆ ਸੇਵਾ ਕਰਦੇ ਆ, ਧਿਆਨ ਸਿਮਰਨ ਕਰਦੇ ਆ, ਜਿਹੜੇ ਆ ਭਗਤੀ ਕਰਦੇ ਆ, ਉਹਨਾਂ ਨੂੰ ਫਿਰ ਜਿਹੜਾ ਹੈਗਾ ਮਿਲ ਲੈਂਦਾ ਹੈ। ਪ੍ਰਗਟ ਪਹਾਰੇ, ਬਿਲਕੁਲ ਪ੍ਰਗਟ। ਪਹਿਰ ਸਿਰੋ ਪਾਓ, ਸਿਰੋਪਾ ਦੇ ਦੇਣਾ ਕਿਸੇ ਨੂੰ ਜਿਹੜਾ ਹੈਗਾ ਆਪਾਂ ਉਹ ਕਰ ਦਿੰਦੇ, ਗਲ 'ਚ ਪਾ ਦਿੰਦੇ। ਸੇਵਕ ਜਨ ਮੇਲੇ, ਪਹਿਰ ਸਿਰੋ ਪਾਓ। ਹਾਂ, ਬਲੈਸਿੰਗਸ ਹੋ ਗਈ। ਬਿਲਕੁਲ ਦੇਖੋ ਦੋ ਹੀ ਬੰਦ ਹੈਗੇ ਆ। ਇਹ ਤਾਂ ਕਮਾਲ ਹੀ ਹੋਈ ਪਈ ਹੈ ਜੀ। ਦੇਖੋ ਕਿੰਨਾ ਜਿਹੜਾ ਹੈਗਾ ਇਹ। ਔਰ ਮੈਂ ਸਮਝਦਾ ਹਾਂ ਇਹ ਬਸ ਦੋ ਹੀ ਬੰਦ ਹੈਗੇ। ਇੱਕ ਉੱਪਰ ਜਿਹੜਾ ਹੈਗਾ ਆਪਣੇ ਰਹਾਓ ਦਾ ਹੈਗਾ ਅਤੇ ਉਸ ਤੋਂ ਅਗਲਾ ਬੰਦ ਹੈਗਾ। ਬਸ ਬਹੁਤ ਛੋਟਾ ਜਿਹਾ ਸ਼ਬਦ ਹੈ। ਸੋਠ ਮਹੱਲਾ ਪੰਜਵਾਂ। ਜੀ ਜਨ ਜਿਹੜਾ ਸ਼ਬਦ ਆ ਨਾ ਇਹ ਕਲਰ ਦੇ ਹੈਗਾ ਜੀ। ਹਾਂਜੀ, ਕੱਲ ਵਾਲਾ ਜਿਹੜਾ ਨਾਮਦੇਵ ਜੀ ਦਾ ਸ਼ਬਦ ਸੀਗਾ। ਹਾਂਜੀ। दूध कटोरे गड़बे पानी, ਕਪਲ ਗਾਏ ਨਾਮੇ ਦੋਯਾਨੀ। ਹਾਂ, ਉਹ ਵੀ ਉਹੀ ਸੀਗਾ ਜੀ। ਉਹ ਦਰ ਦੇ ਉੱਤੇ ਬੈਠ ਕੇ, ਪਰਮਾਤਮਾ ਦੇ ਦਰ ਦੇ ਉੱਤੇ ਬੈਠ ਕੇ, ਹਾਂਜੀ ਤੇ ਜਦੋਂ ਉਹਦੀ ਭਗਤੀ ਪੂਰੀ ਹੋ ਜਾਂਦੀ, ਉਹ ਕਹਿੰਦਾ ਵੀ ਹੁਣ ਮੈਨੂੰ ਤਾਰ ਤੂੰ। ਤੇ ਜੋ ਤੂੰ ਗਿਆਨ ਦਿੱਤਾ ਸੀ ਮੈਂ ਸਾਰਾ ਕੰਮ ਕਰ ਲਿਆ, ਮੈਂ ਆਪਦੇ ਵੱਲੋਂ ਨਿਰਮਲ ਹੋ ਕੇ ਆ ਗਿਆ, ਤੂੰ ਮੈਨੂੰ ਤਾਰ, ਮੈਨੂੰ ਖੁਸ਼ਮਾਨਾ ਕਰ। ਬਿਲਕੁਲ ਇਹ ਸ਼ਬਦ ਉਹੀ ਚੀਜ਼ ਆਈ।
ਇਹ ਪਕਾਰ ਮਤਲਬ ਉਦੋਂ ਫਿਰ ਤੁਸੀਂ ਪਕਾਰ ਸਾਤਰ ਉਦੋਂ ਪਕਾਰ ਹੁੰਦਾ ਜੀ ਜਦੋਂ ਤੁਸੀਂ ਮਤਲਬ ਆਪਣੇ ਲੈਵਲ ਤੇ ਆਪਣੇ ਆਪ ਨੂੰ ਮਤਲਬ ਗਿਆਨ ਦੇ ਮੁਤਾਬਕ ਪੂਰਾ ਕਰਕੇ ਤੇ ਤੁਸੀਂ ਨਰਮਲ ਹੋ ਕੇ ਡਰ ਕੇ ਬਹਿ ਜਾਂਦੇ ਹੋ। ਨਹੀਂ ਵੀਰ ਜੀ ਡਰ ਤੇ ਨਹੀਂ ਆਪਣਾ ਗਿਆਨ ਸਰੈਂਡਰ ਕਰਕੇ ਬੈਠ ਕੇ ਜੀ ਬਸ। ਉਹ ਤਾਂ ਠੀਕ ਹੈ ਵੀਰ ਜੀ, ਉਹ ਤਾਂ ਠੀਕ ਹੈ, ਪਰ ਜੇ ਆਪਾਂ ਜਿਹੜੇ ਹੈਗੇ ਨਾਰਮਲ ਜਿਹੜੇ ਹੈਗੇ ਪਾਪ ਦੇ ਵਿੱਚ ਗਲਤਾਨ ਹੈਗੇ ਆ, ਜੇ ਆਪਾਂ ਹੁਣ ਜਿਹੜਾ ਇਨਸਾਨ ਪਾਪ ਦੇ ਵਿੱਚ ਗਲਤਾਨ ਹੈਗਾ, ਜੇ ਉਹ ਨਿਕਲਣਾ ਚਾਹੇ, ਜੇ ਉਹਦੇ ਅੰਦਰ ਇੱਛਾ ਆ ਜਾਏ ਮਾਲਕ ਪਰਮਾਤਮਾ ਨੂੰ ਮਿਲਣ ਦੀ, ਤੇ ਉਹ ਯਾਨੀ ਅਸੈਪਟ ਐਂਡ ਸਰੈਂਡਰ ਹੈ ਜੀ, ਹਾਂ। ਅਸੈਪਟ ਐਂਡ ਸਰੈਂਡਰ। ਕਿਸੇ ਵੀ ਅਵਸਥਾ ਦੇ ਵਿੱਚ, ਹਰੇਕ ਅਵਸਥਾ ਦੇ ਵਿੱਚ ਇਹ ਜਿਹੜਾ ਹੈਗਾ ਸ਼ਬਦ, ਇਹ ਸ਼ਬਦ ਟਰੂ ਹੈਗਾ ਹਰੇਕ ਅਵਸਥਾ ਦੇ ਵਿੱਚ। ਜੋ ਕਹਿੰਦੇ ਜੀ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਪੰਜੇ ਤੂੰ ਹੀ ਪਾਏ ਆ ਤੇਰੇ, ਉਹਦੇ ਉਹ ਵੀ ਮੈਂ ਜਿੱਦਾਂ ਦਾ ਵੀ ਹਾਂ, ਮੈਂ ਜਿੱਦਾਂ ਵੀ ਖੇਡਿਆ ਮੈਂ ਤੇਰਾ ਹੀ ਹਾਂ, ਮੈਨੂੰ ਹੁਣ ਕੱਢ ਬਸ ਬਿਲਕੁਲ। ਉਹ ਵੀ ਠੀਕ ਹੈ ਵੀਰ ਜੀ, ਜਿੰਨਾ ਚਿਰ ਆਪਾਂ ਇਹਦੇ ਤੇ ਦੁਨੀਆ ਕਾਮ ਕ੍ਰੋਧ ਮੋਹ ਫਸੇ ਹੋਏ ਆ, ਕਿਸੇ ਵੀ ਪਿਆਸ ਆ ਉਦੋਂ ਉਹਨੂੰ ਜੇ ਆਪਾਂ ਨੂੰ ਪਰਮਾਤਮਾ ਦੀ ਪਿਆਸ ਨਹੀਂ ਲੱਗਦੀ, ਜਦੋਂ ਇਹਦੇ ਤੇ ਆਪਣਾ ਮੋਹ ਮੁੜੂਗਾ ਜੀ ਤੇ ਦੁੱਖ ਮਿਲੂਗਾ, ਮਤਲਬ ਇਹਦੇ ਵਿੱਚ ਦੁੱਖ ਹੀ ਹੈ ਤੇ ਮਹਿਸੂਸ ਹੀ ਫੇਰ ਹੀ ਪਰਮਾਤਮਾ ਨਹੀਂ ਗਿਲ ਸਾਹਿਬ ਪਤਾ ਕੀ ਹੈ ਜੀ, ਉਹ ਤਾਂ ਉਹ ਬਾਈ ਪ੍ਰੋਡਕਟ ਹੈ, ਆਪੇ ਹੋਣਾ ਜੀ ਬਸ। ਉਹ ਇੱਕ ਵਾਰ ਤੁਸੀਂ ਜਿੱਦਾਂ ਵੀ ਐਕਸੈਪਟ ਕਰਕੇ ਸਰੈਂਡਰ ਕਰ ਦੋ ਬਸ, ਆਪਾਂ ਤਾਂ ਉਹ ਆਪਣੀ ਕਿਰਪਾ ਉਹਦੀ ਆਪੇ ਹੋਣੀ ਹੈ ਜਦੋਂ ਹੋਣੀ ਹੈ। ਦੁਨੀਆ ਚੰਗੀ ਲੱਗਦੀ ਹੈ ਸਰੈਂਡਰ ਕਿਉਂ ਕਰੋਗੇ? ਨਹੀਂ ਵੀਰ ਜੀ ਦੇਖੋ ਗੁਰਸ਼ਰਨ ਸਿੰਘ ਜੀ, ਜਿਹੜਾ ਹੈਗਾ ਇਨਸਾਨ ਜਿਹੜਾ ਸ਼ਿਫਟ ਹੁੰਦਾ ਹੈ, ਇਹ ਥੋੜੀ ਨਾ ਹੈ ਕਿ ਉਹ ਜਿਹੜਾ ਹੈਗਾ ਇੱਕਦਮ ਜਿਹੜਾ ਹੈਗਾ ਉਹਦੇ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਚਲੇ ਜਾਏਗਾ। ਨਹੀਂ ਇਹ ਨਹੀਂ ਹੋਏਗਾ। ਇਹ ਤਾਂ ਆਖਰੀ ਤੁਹਾਡੇ ਜਿਹੜਾ ਆਖਰੀ ਜਦ ਤੱਕ ਤੁਹਾਡਾ ਜਿਹੜਾ ਹੈਗਾ ਤੁਸੀਂ ਵਿਚਾਰ ਮੰਡਲ ਕ੍ਰਾਸ ਨਹੀਂ ਕਰਦੇ ਤਦ ਤੱਕ ਇਹ ਪਿੱਛੇ ਛੱਡਦਾ ਨਹੀਂ ਹੈ। ਐਵੇਂ ਕਿਵੇਂ ਜਿਹੜਾ ਹੈਗਾ, ਇਹ ਤਾਂ ਇਹਦੇ ਵਿੱਚ ਹੀ ਰਹਿ ਕੇ ਗੱਲਬਾਤ ਹੋਣੀ ਹੈ ਸਾਰੀ। ਇਹੀ ਤਾਂ ਗੇਮ ਪਾਈ ਹੋਈ ਹੈ ਇਹਦੇ ਵਿੱਚ ਹੀ ਹੋਇਆ ਮੁਕਤ ਨਾ ਜੀ। ਹਾਂ ਇਹ ਤਾਂ ਇਹਦੇ ਨਾਲ ਹੀ ਗੱਲ ਬਣਨੀ ਹੈ। ਜੀ ਜਦੋਂ ਦੋ ਖਿਡਾਰੀ ਜਦੋਂ ਖੇਡਦੀਆਂ ਨੇ ਦੋ ਟੀਮਾਂ, ਹਾਂ ਉਦੋਂ ਫਿਰ ਫਾਈਨਲ ਨਹੀਂ ਨਾ ਹੁੰਦਾ ਹੈਗਾ। ਬਿਲਕੁਲ ਹਾਂ, ਬਹੁਤ ਵਧੀਆ, ਬਹੁਤ ਵਧੀਆ, ਬਿਲਕੁਲ ਬਹੁਤ ਵਧੀਆ। ਜਦੋਂ ਫਾਈਨਲ ਨਹੀਂ ਹੁੰਦਾ ਹੈਗਾ ਵੀ ਕੌਣ ਜਿੱਤਿਆ, ਉਹਨਾਂ ਚਿਰ ਤਾਂ ਆਪਾਂ ਇਹਦੇ ਵਿੱਚੋਂ ਹੀ ਗੁਜ਼ਰਨਾ ਹੈ। ਹਾਂ ਬਿਲਕੁਲ, ਹਾਂ ਇਹ ਨਹੀਂ ਕਹਿ ਸਕਦੇ ਬਈ ਜਿਹੜਾ ਹੈਗਾ ਇਹ ਬਿਲਕੁਲ ਜਿਹੜਾ ਹੈਗਾ ਆਪਾਂ ਉਹਦੇ ਦਰ ਤੇ ਪਹੁੰਚ ਕੇ ਦਰ ਤੇ ਤਾਂ ਜਿਹੜਾ ਹੈਗਾ ਕਈ ਵਾਰ ਖਿਡਾਰੀ ਇੱਕ ਪੁਆਇੰਟ ਤੇ ਅੱਧੇ ਪੁਆਇੰਟ ਤੇ ਹੀ ਰਹਿ ਜਾਂਦਾ ਹੁੰਦਾ। ਕਈ ਵਾਰ ਇਹ ਸਾਧਕਾਂ ਨਾਲ ਵੀ ਏਦਾਂ ਹੋ ਸਕਦਾ, ਬਿਲਕੁਲ ਹੁੰਦਾ ਵੀ ਆ। ਜਿੰਨੇ ਵੀ ਹੁਣ ਸਾਧਕ ਨੇ ਜਾਂ ਕੋਈ ਸੰਤ ਏਦਾਂ ਬਣੇ ਨੇ ਜਾਂ ਉਹਨਾਂ ਨੂੰ ਕੋਈ ਏਦਾਂ ਦੀ ਪ੍ਰੋਬਲਮ ਆਈ ਆ, ਉਹ ਐਂਡ ਤੇ ਜਾ ਕੇ ਡੋਲ ਗਏ ਨੇ। ਤੇ ਉਹਨਾਂ ਦੀ ਦੇਖੋ ਤੁਸੀਂ, ਰਾਵਣ ਕਿੰਨਾ ਵਿਦਵਾਨ ਸੀਗਾ, ਕਿੰਨਾ ਵਿਦਵਾਨ ਸੀ, ਉਹਨੂੰ ਕੋਈ ਉਹਦੇ ਕੋਲ ਕਾਦੀ ਘਾਟ ਸੀ, ਉਹਦਾ ਆਪ ਦਾ ਕਸੂਰ ਵੀ ਨਹੀਂ ਸੀਗਾ ਕੋਈ। ਦੇਖੋ ਨਾਲੇ ਉਹਨੇ ਕਿਸੇ ਦੀ ਆਪਣੇ ਰਿਲੇਟਿਵ ਦੇ ਤੌਰ ਤੇ ਜਾਣੀ ਆਪਣੇ ਹੰਕਾਰ ਦੇ ਵਿੱਚ ਆ ਕੇ ਉਹਨੇ ਇਹ ਕਦਮ ਨਹੀਂ, ਉਹ ਛਲ ਕੀਤਾ ਉਹਨੇ। ਛਲ ਨਾਲ ਦੇਖੋ ਇੱਕ ਇਸਤਰੀ ਨਾਲ ਉਹ ਕਰ ਗਏ। ਦੇਖੋ ਹੁਣ ਤੱਕ ਲੋਕ ਲਾਹਨਤਾਂ ਪਾਉਂਦੇ ਨੇ, ਐਡਾ ਵਿਦਵਾਨ ਆ ਉਹ। ਇਹ ਪਤਾ ਨਹੀਂ ਲੱਗਦਾ ਹੁੰਦਾ ਇਨਸਾਨ ਨੂੰ ਕਦੋਂ ਕਿੱਥੇ ਜਾ ਕੇ ਬੰਦੇ ਨੂੰ, ਜਿੰਨਾ ਚਿਰ ਫਾਈਨਲ ਨਹੀਂ ਹੁੰਦਾ ਹੈਗਾ ਤਾਂ ਉੱਪਰ। ਭੈਣ ਜੀ ਉਹ ਪ੍ਰਮਾਤਮਾ ਜ਼ਮਾਨਾ ਕਦੇ ਹੀ ਕਰੂਗਾ ਨਾ ਜਦੋਂ ਤੁਸੀਂ ਮਤਲਬ ਪ੍ਰਮਾਤਮਾ ਵਰਗੇ ਨਿਰਮਲ ਹੋਗੇ। ਨਹੀਂ ਵੀਰ ਜੀ, ਨਹੀਂ ਗੱਲ ਨਹੀਂ, ਬਿਲਕੁਲ ਨਹੀਂ ਵੀਰ ਜੀ। ਖਸਮਾਨਾ ਤਾਂ ਉਹ ਤਾਂ ਖਸਮ ਹਰ ਟਾਈਮ ਖਸਮ ਹੈ, ਮਾਲਕ ਪਰਮਾਤਮਾ ਹਰ ਟਾਈਮ ਖਸਮ ਹੈ ਵੀਰ ਜੀ। ਚਲੋ ਵੀਰ ਜੀ ਆਪਾਂ ਉਹਨਾਂ ਤੋਂ ਆਪਾਂ ਪਰੇ ਆ, ਆਪਾਂ ਨੂੰ ਨਹੀਂ ਦਿਖ ਰਹੇ। ਉਹ ਤਾਂ ਇੱਕ ਪਲ, ਇੱਕ ਛਿਨ ਤਾਂ, ਇੱਕ ਅੱਖ ਝਮਕਣ ਤਾਂ ਬਹੁਤ ਦੂਰ ਆ, ਇਦੋਂ ਵੀ ਨੇੜੇ ਨਹੀਂ। ਮੇਰੀ ਗੱਲ ਸੁਣੋ ਵੀਰ ਜੀ, ਤੁਸੀਂ ਦੇਖੋ ਪਾਪੀ ਜਿਹੜੇ ਹੈਗੇ, ਜਿਹੜੇ ਪਰਮਾਤਮਾ ਨੂੰ ਗਾਲਾਂ ਕੱਢਦੇ ਆ, ਕੀ ਉਹਨਾਂ ਨੂੰ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਫੈਸਿਲਿਟੀਆਂ ਦਿੰਦਾ ਨਹੀਂ ਹੈ? ਹਵਾ ਪਾਣੀ ਜਿਹੜੇ ਆ ਉਹਨਾਂ ਦੀ, ਹਾਂ ਤੇ ਫਿਰ ਇਹ ਤਾਂ ਹੋ ਹੀ ਨਹੀਂ ਸਕਦਾ। ਖਸਮਾਨਾ ਤਾਂ ਕਰ ਰਿਹਾ ਮਾਲਕ ਪਰਮਾਤਮਾ। ਦੁਨਿਆਵੀ ਪਦਾਰਥ ਹੀ ਨਹੀਂ। ਚਲੋ ਵੀਰ ਜੀ, ਜਿਹੜੀ ਦਰਬਾਰ ਵਿੱਚ ਤਾਂ ਨਹੀਂ ਬੁਲਾਏਗਾ। ਨਹੀਂ ਦਰਬਾਰ ਵਾਲੀ ਗੱਲ ਨਹੀਂ ਹੈ ਵੀਰ ਜੀ। ਜਦ ਇਨਸਾਨ ਨੇ ਪੁਕਾਰ ਕੀਤੀ ਹੈ, ਜਦ ਇਨਸਾਨ ਜਿਹੜਾ ਹੈਗਾ ਸ਼ਿਫਟ ਹੋਣਾ ਚਾਹੁੰਦਾ ਹੈ, ਤੇ ਗਿਆਨ ਬਖਸ਼ਣਾ ਜਿਹੜਾ ਹੈਗਾ ਮਾਲਕ ਦੀ ਜ਼ਿੰਮੇਵਾਰੀ ਹੈ, ਮਾਲਕ ਕਿਉਂਕਿ ਆਪਾਂ ਉਹਦੇ ਬੱਚੇ ਹੈ। ਬਹੁਤ ਹੀ ਵਿਚਾਰ ਨਾ ਕਰੀਏ, ਦੁਖੀ ਹੁੰਦਾ ਬੰਦਾ ਉਹ ਵੀ ਨਿਕਲਦੀ ਹੈ ਜੀ। ਹਾਂ ਤੇ ਠੀਕ ਤੁਸੀਂ ਹੈ। ਕਿਹੜੇ ਸੰਤ ਹੋਏ ਨੇ ਵੀਰ ਜੀ ਉਹਨਾਂ ਦਾ ਹਲੋ, ਜਿਨ੍ਹਾਂ ਨੇ ਆਹ ਰਮਾਇਣ ਲਿਖੀ ਆ, ਉਹ ਦੇਖੋ ਕਿ ਵਾਲਮੀਕੀ ਦੇਖੋ ਤਾਂ ਸਹੀ। ਹਾਂ ਵਾਲਮੀਕੀ ਦੇਖ ਲਓ ਤੁਸੀਂ, ਅੱਜ ਉਹ ਦਰਬਾਰ ਦੇ ਉੱਤੇ ਨੇ ਉਹਨਾਂ ਦੇ। ਹਾਂ ਇੱਕ ਨੁਕਤੇ ਦੇ ਨਾਲ ਜਿਹੜਾ ਹੈਗਾ ਉਹਨਾਂ ਦਾ ਜੀਵਨ ਪਲਟੀ ਹੋ ਗਿਆ। ਚਲੋ ਆਪਾਂ ਚੱਲੀਏ, ਵਿਚਾਰ
ਕੋਈ ਨਹੀਂ, ਆਪਾਂ ਚੱਲੀਏ। ਅਸਲ ਆਪਾਂ ਕੋਈ ਬਾਹਰ ਥੋੜੀ ਕੋਈ ਮੰਜ਼ਿਲ ਹੈ, ਉਹ ਤਾਂ ਅੰਦਰ ਹੀ ਵਿਸਥਾਰ 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 ਵਿਸਥਾਰ, ਬਸ ਚੱਲੀ ਚੱਲੋ ਜੀ ਆਪਾਂ। ਸਹਿਜਤਾ ਜ਼ਰੂਰੀ ਆ ਜੀ, ਸਹਿਜ ਪ੍ਰੇਮ ਭਾਜੀ, ਸਹਿਜ। ਜਿੱਦਾਂ ਮੱਖੀਆਂ ਰੋਜ਼ ਦੀ ਰੋਜ਼ ਸ਼ਹਿਦ ਇਕੱਠੀਆਂ ਕਰਦੀਆਂ, ਉਸੇ ਮੰਜ਼ਿਲ ਦੇ ਹਿਸਾਬ ਨਾਲ ਇਸ ਮਾਲਕ ਦੇ ਨਜ਼ਦੀਕ ਹੋ ਰਹੇ ਆ। ਔਰ ਜਿੱਦਾਂ ਇਹ ਭਾਜੀ ਵੀ ਕਹਿ ਰਹੇ ਆ, ਕਿਉਂਕਿ ਜੇ ਤਾਂ ਉਹਦੇ ਵਰਗਾ ਹੀ ਬੰਦਾ ਬਣ ਜਾਵੇ, ਪਰਮਾਤਮਾ ਹੀ ਹੋ ਜਾਵੇ, ਮਤਲਬ ਕੋਸ਼ਿਸ਼ ਤਾਂ ਐਵਰੀ ਡੇ ਹੀ ਉਹਦੇ ਲਾਗੇ ਪਹੁੰਚਣ ਦੀ। ਉਦੋਂ ਤਦ ਉਹਨੇ ਤਾਂ ਹੀ ਤਾਂ ਫਿਰ ਜਿਹੜਾ ਉਦੋਂ ਉਹਨੇ ਪਾਸ ਕਰਨਾ ਹੈ, ਪਾਸਿੰਗ ਸਰਟੀਫਿਕੇਟ ਤਾਂ ਉਹੀ ਹੈ ਭਾਈ, ਉਹ ਤੋਂ ਘੱਟ ਤਾਂ ਕੁਝ ਹੈ ਹੀ ਨਹੀਂ। ਬਸ ਹਾਂ ਇਹ ਵੀਰ ਜੀ ਜਿਹੜੇ ਹੈਗੇ ਸਾਰਿਆਂ ਦੀ ਇਹੀ ਹੈ ਭਾਜੀ, ਸੰਗਤ ਹੀ ਮਿਲਣੀ ਬਹੁਤ ਵੱਡੀ ਗੱਲ ਹੈ, ਨਹੀਂ ਤਾਂ ਪਤਾ ਹੀ ਨਹੀਂ ਸੀ ਪਹਿਲਾਂ ਤਾਂ। ਹਾਂ ਚਲੋ ਜੀ, ਚਲੋ ਹਾਂ, ਬਿਲਕੁਲ ਸਹੀ। ਆਪਾਂ ਹਰਜਨ ਬਣਨ ਵੱਲ ਹੀ ਵਧਣਾ ਜੀ। ਹਰਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਬਸ ਲੱਗੇ ਰਹੋ, ਬਸ ਉਹ ਆਪੇ ਕਰੂਗਾ ਕਿਰਪਾ ਜਦੋਂ ਕਰੂਗਾ। ਹਾਂ ਬਿਲਕੁਲ ਜੀ ਮੇਰੇ ਵਰਗੇ ਦੀ ਉਹ ਅਵਸਥਾ ਦੇਖੋ, ਇੱਕ ਨਾ ਛੋਟੀ ਜੀ ਇੱਕ 2-4 ਲਾਈਨਾਂ ਦੀ ਇੱਕ ਸਟੋਰੀ ਆ, ਤੇ ਉਹ ਆਪਣੇ ਇੱਕ ਆ ਜਿਹੜੀ ਜਾਣੀ ਆਹ ਚਾਰਦੇ ਹੁੰਦੇ ਨੇ, ਭੇਡਾਂ ਚਾਰਦਾ ਸੀ, ਉਹਦੀ ਰੋਜ਼ ਵਾਈਫ ਖਾਣਾ ਲੈ ਕੇ ਆਉਂਦੀ ਸੀ। ਇੱਕ ਦਿਨ ਉਹ ਆਈ ਨਾ, ਉਹਨੂੰ ਚਿੰਤਾ ਹੋ ਗਈ। ਉਹਨੇ ਕਿਹਾ ਵੀ ਮੈਂ ਆਪਦੀਆਂ ਭੇਡਾਂ ਕਿਸੇ ਨੂੰ ਖੜਾ ਕਰ ਜਮਾ ਵੀ, ਜਾਂ ਉਹਦੇ ਨਾਲ ਹੀ ਲੱਕੜਹਾਰਾ ਉਹ ਚੱਲਦਾ ਸੀਗਾ, ਆਪਣੇ ਲੱਕੜਾਂ ਪਾੜਦਾ ਸੀ, ਉਹਨੂੰ ਕਹਿ ਗਿਆ। ਉਹ ਵੀ ਬੋਲਾ ਸੀ, ਉਹ ਵੀ ਬੋਲਾ ਸੀਗਾ, ਤੇ ਉਹ ਕਹਿੰਦਾ ਮੈਂ ਭੱਜ ਕੇ, ਉਹਨੇ ਹੱਥ ਮਾਰਤਾ, ਕਹਿੰਦਾ ਜਾ ਮੈਨੂੰ ਆਪਦਾ ਕੰਮ ਕਰਨ ਦੇ। ਉਹਨੂੰ ਆਏ ਹੋ ਗਿਆ ਵੀ ਕਹਿੰਦਾ ਹਾਂ ਮੈਂ ਸਾਂਭ ਲੂੰਗਾ ਇਹਨਾਂ ਨੂੰ। ਤੇ ਉਹ ਗਾਂ ਗਿਆ, ਘਰੋਂ ਆ ਕੇ ਵਾਪਸ ਆਇਆ, ਤੇ ਉਹਨੇ ਸੋਚਿਆ ਵੀ ਮੇਰੀਆਂ ਪੂਰੀਆਂ ਭੇਡਾਂ ਪੂਰੀਆਂ ਨੇ, ਸਾਰਾ ਕੁਝ ਸਹੀ ਆ, ਵੀ ਇਹਨੇ ਮੇਰੀ ਭੇਡਾਂ ਦੀ ਰਖਵਾਲੀ ਕੀਤੀ ਆ। ਹਾਲਾਂਕਿ ਉਹਨੂੰ ਪਤਾ ਵੀ ਨਹੀਂ ਸੀਗਾ। ਤੇ ਉਹਨੇ ਆਪਦੀ ਇੱਕ ਭੇਡ ਉਹਦੀ ਸਹੀ ਨਹੀਂ ਸੀ, ਉਹਨੇ ਕਿਹਾ ਚੱਲ ਮੈਂ ਇਹਨੂੰ ਵੀ ਭੇਟਾ ਕਰ ਦਿੰਦਾ, ਇਹਨੇ ਮੇਰੀਆਂ ਭੇਡਾਂ ਸਾਂਭੀਆਂ। ਉਹ ਜਦ ਉਹਦੇ ਕੋਲ ਭੇਡ ਦੇਣ ਗਿਆ, ਉਹਦੇ ਗਲ ਪੈ ਗਿਆ ਕਿ ਉਹਦੀ ਲੱਤ ਉਹ ਸਹੀ ਨਹੀਂ ਸੀਗੀ ਭੇਡ ਦੀ। ਉਹ ਕਹਿੰਦਾ, ਉਹਨੂੰ ਐਂ ਲੱਗਿਆ ਦੋਨੇ ਬੋਲੇ ਸੀ, ਉਹ ਕਹਿੰਦਾ ਤੂੰ ਮੇਰੀ ਭੇਡ ਦੀ ਵੀ, ਉਹਨੂੰ ਐਂ ਲੱਗਿਆ ਵੀ ਮੈਨੂੰ ਕਹਿ ਰਿਹਾ ਵੀ ਮੇਰੀ ਭੇਡ ਦੀ ਲੱਤ ਤੋੜਤੀ। ਆਪਸ ਵਿੱਚ ਹੀ ਦੋਨੇ ਲੜ ਪਏ। ਤੇ ਫਿਰ ਆਇਆ ਇੱਕ ਘੋੜੀ ਲੈ ਕੇ, ਚੋਰੀ ਕਰਕੇ ਘੋੜਾ ਲੈ ਕੇ ਦੌੜੀ ਆ ਰਿਹਾ ਸੀ। ਉਹਨੇ ਜਦ ਉਹ ਰਾਹ ਭੁੱਲ ਗਿਆ ਜੰਗਲ ਦਾ, ਉਹਨੇ ਕਿਹਾ ਵੀ ਚੱਲ ਇਹਨਾਂ ਨੂੰ ਪੁੱਛਦਾ। ਉਹ ਵੀ ਬੋਲਾ ਸੀਗਾ ਗਾਂ। ਉਹਨੇ ਸੋਚਿਆ, ਉਹਨੂੰ ਆਏ ਹੋ ਗਿਆ ਵੀ ਇਹ ਕਹਿ ਰਹੇ ਨੇ ਵੀ ਮੇਰੇ, ਉਹ ਕਹਿੰਦੇ ਜਿਹਦੀ ਵੀ ਹੈਗੀ ਆ ਘੋੜੀ ਤੁਸੀਂ ਲੈ ਲਓ, ਮੈਨੂੰ ਜਾਣ ਦਿਓ। ਉਹਨਾਂ ਨੇ ਉਹਨੂੰ ਫੜ ਲਿਆ, ਉਹ ਕਹਿਣ ਵੀ ਸਾਡਾ ਇਨਸਾਫ ਕਰ। ਤਿੰਨੇ ਬੋਲੇ। ਇੱਕ ਫਿਰ ਗਾਂ ਫਕੀਰ ਆ ਗਿਆ। ਫਕੀਰ ਆਇਆ ਤਾਂ ਉਹਨੇ ਜਦ ਦੇਖਿਆ, ਉਹ ਗਾਹਾਂ ਉਹਨੇ ਮੌਨ ਧਾਰਿਆ ਹੋਇਆ ਸੀਗਾ। ਉਹਨੇ ਰਾਸਤਾ ਉਹਨੇ ਸੋਚਿਆ ਹੁਣ ਮੈਂ ਇਹਨਾਂ ਨੂੰ ਕਿਵੇਂ ਸਮਝਾਵਾਂ। ਉਹ ਜਦੋਂ ਪਹਿਲਾਂ ਉਹਨੇ ਘੋੜੀ ਵਾਲੇ ਕੰਨੀ ਦੇਖਿਆ ਪੂਰੇ ਗੌਰ ਨਾਲ, ਜਦੋਂ ਉਹਦੇ ਕੰਨੀ ਦੇਖਿਆ ਅੱਖਾਂ 'ਚ ਅੱਖਾਂ ਪਾ ਕੇ, ਉਹ ਡਰ ਕੇ ਹੀ ਘੋੜੀ ਲੈ ਕੇ ਭੱਜ ਗਿਆ। ਉਹਨੇ ਕਿਹਾ ਪਤਾ ਨੀ ਇਹ ਹੁਣ ਕੀ ਕਰੂਗਾ। ਚਲਿਆ ਗਿਆ ਤੇ ਉਹਨੂੰ ਕੁਛ ਵੀ ਨਾ ਕਿਹਾ। ਜਾਨੂੰ ਫਿਰ ਉਹਦੇ ਭੇਡਾਂ ਵਾਲੇ ਕੰਨੀ ਦੇਖਿਆ ਉਹਨੇ, ਤੇ ਉਹਨੂੰ ਵੀ ਗੌਰ, ਉਹ ਵੀ ਡਰ ਗਿਆ, ਉਹ ਵੀ ਫਟਾਫਟ ਉੱਥੋਂ ਚਲਿਆ ਗਿਆ। ਤੇ ਫਿਰ ਲੱਕੜਹਾਰਿਆ ਕੰਨੀ ਦੇਖਿਆ, ਉਹਦੇ ਕੰਨੀ ਵੀ ਉਹਨੇ ਜਦ ਪੂਰੇ ਗੌਰ ਨਾਲ ਦੇਖਿਆ, ਕੁਛ ਨਾ ਬੋਲਿਆ, ਉਹ ਵੀ ਡਰ ਗਿਆ ਵੀ ਇਹ ਪਤਾ ਨੀ ਹੁਣ ਕੀ ਕਰੂਗਾ। ਤੇ ਸਿਰਫ ਇੱਕ ਮੌਨ ਦੀ ਦੇਖੋ, ਜਿਹੜੇ ਫਕੀਰ ਹੁੰਦੇ ਨੇ ਉਹਨਾਂ ਨੇ ਤਾਂ ਮੌਨ ਲਾ, ਉਹਨੇ ਅੰਦਰ ਹੀ ਮੌਨ ਦੇ ਵਿੱਚ ਹੀ ਸਾਰਾ ਕੁਛ ਸਮਝਾਤਾ ਉਹਨਾਂ ਨੂੰ। ਇਹ ਅਵਸਥਾ ਏਦਾਂ ਦੀ ਹੋਣੀ ਚਾਹੀਦੀ ਹੈ ਕਿ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਆਪਣੇ ਅੰਦਰ ਕੀ ਚੱਲ ਰਿਹਾ, ਕਿਵੇਂ ਆ ਅਸੀਂ ਆਪਣੇ ਆਪ ਨੂੰ ਕਿਵੇਂ ਉਹ ਕਰਨਾ। ਬਿਲਕੁਲ। ਐਕਚੁਅਲੀ ਜਿਹੜਾ ਹੈ ਨਾ, ਦੇਖੋ ਮਾਲਕ ਪਰਮਾਤਮਾ ਜਿਹੜਾ ਹੈਗਾ, ਸਾਰਾ ਕੰਟਰੋਲ ਜਿਹੜਾ ਹੈਗਾ ਮਾਲਕ ਪਰਮਾਤਮਾ ਦੇ ਕੋਲ ਆ। ਮਾਲਕ ਪਰਮਾਤਮਾ ਨੇ ਸਾਰਿਆਂ ਨੂੰ ਦੇਖਣਾ ਹੈ, ਮਾਲਕ ਪਰਮਾਤਮਾ ਨੇ। ਔਰ ਜਦ ਉਹਨੇ ਗੇਮ ਪਾਈ ਹੋਈ ਆ, ਆਪਾਂ ਨੂੰ ਗੇਮ ਵਾਸਤੇ ਭੇਜਿਆ। ਜੇ ਗੇਮ ਦੀਆਂ ਫੈਸਿਲਿਟੀਆਂ ਹੀ ਨਹੀਂ ਮਿਲਣੀਆਂ ਆਪਾਂ ਨੂੰ, ਤੇ ਆਪਾਂ ਕਿਹੜੇ ਪਾਸਿਓਂ ਤਰ ਜਾਾਂਗੇ ਭਾਈ? ਜੇ ਸਾਨੂੰ ਪਤਾ ਹੀ ਨਹੀਂ ਹੋਏਗਾ, ਜੇ ਉਹ ਪੁਕਾਰ ਹੀ ਨਹੀਂ ਸੁਣੂਗਾ ਮਾਲਕ ਪਰਮਾਤਮਾ, ਤੇ ਤਰਾਂਗੇ ਕਿਸ ਤਰ੍ਹਾਂ ਫਿਰ? ਆਪਾਂ ਨੂੰ ਸਹੂਲਤਾਂ ਤਾਂ ਮਿਲੀ ਜਾਂਦੀਆਂ ਨੇ, ਗੁਰੂ ਮਹਾਰਾਜ ਤਾਂ ਆਪ ਬੋਲ ਰਹੇ ਨੇ, ਦੇਖੋ ਤੁਸੀਂ। ਹਾਂਜੀ, ਅਗਲਾ ਸ਼ਬਦ ਵੀ ਇਹੀ ਕਹਿ ਰਿਹਾ, ਸੋਠ ਮਹੱਲਾ ਪੰਜਵਾਂ, ਜੀ ਜੰਤ ਸਭੇ ਵਸ ਕਰ ਦੀਨੇ, ਸੇਵਕ ਸਭੇ ਦਰਬਾਰੇ। ਜੀ ਜੰਤ ਸਭੇ ਵਸ ਕਰ ਦੀਨੇ, ਜੀ ਜੰਤ ਸਭੇ ਵਸ ਕਰ ਦੀਨੇ, ਸੇਵਕ ਸਭੇ ਦਰਬਾਰੇ। ਜਿਹੜੇ ਵੀ ਸੇਵਾ ਕਰਦੇ ਆ, ਉਹ ਮਾਲਕ ਪਰਮਾਤਮਾ ਦੇ ਜਿਹੜੇ ਦਰਬਾਰ ਦੇ ਉੱਤੇ, ਜਿਹੜਾ ਧਰਮਰਾਜ ਹੈਗਾ, ਉੱਥੇ ਜਿਹੜਾ ਹੈਗਾ ਉਹਨਾਂ ਨੂੰ ਇੱਜ਼ਤ ਹੁੰਦੀ ਹੈ, ਔਰ ਮਾਲਕ ਦੇ ਦਰਬਾਰ 'ਤੇ ਪਹੁੰਚ ਜਾਂਦੇ ਆ, ਉਹ ਮਾਲਕ ਦਾ ਸਾਥ ਮਿਲ ਜਾਂਦਾ ਹੈ। ਜੀ ਜੰਤ ਸਭੇ ਵਸ ਕਰ ਦੀਨੇ, ਔਰ ਜਿਹੜੇ ਜਿੰਨੇ ਵੀ ਜੀ ਜੰਤ ਆ ਜਿਹੜੇ, ਉਹ ਸਾਰੇ ਉਸ ਸੇਵਕ ਦਾ ਰਿਸਪੈਕਟ ਕਰਦੇ ਆ। ਅੰਗੀਕਾਰ ਕੀਓ ਪ੍ਰਭ ਆਪਣੇ, ਭਉ ਨਿਧ ਪਾਰ ਉਤਾਰੇ,
ਇਸ ਤਰ੍ਹਾਂ ਉਹ ਮਾਲਕ ਪਰਮਾਤਮਾ ਨੇ ਅੰਗੀਕਾਰ ਕਰ ਲਿਆ ਉਹਨਾਂ ਦਾ ਪੱਖ। ਇਸ ਤਰ੍ਹਾਂ ਉਹ ਮਾਲਕ ਪਰਮਾਤਮਾ ਹੁਣ ਅੰਗੀਕਾਰ ਕਰਨਾ ਕੀ ਹੈਗਾ ਬਈ ਉਹਨਾਂ ਦਾ ਜਿਹੜਾ ਹੈਗਾ ਪੱਖ ਪੂਰਨਾ ਉਹਨਾਂ ਦਾ ਅੰਗੀਕਾਰ ਕੀਓ ਪ੍ਰਭ ਆਪਣੇ ਪਾਉਨਿਧ ਪਾਰ ਉਤਾਰੇ। ਇਹ ਸੰਸਾਰ ਸਮੁੰਦਰ ਤੋਂ ਪਾਰ ਉਤਾਰ ਦਿੰਦਾ ਹੈ ਉਹ ਮਾਲਕ ਪਰਮਾਤਮਾ ਸੇਵਕ ਨੂੰ, ਜਿਹੜੇ ਐਕਸੈਪਟ ਕਰ ਲਿਆ ਉਹਨਾਂ ਨੂੰ। ਹਾਂਜੀ, ਐਕਸੈਪਟ ਕਰ ਲਿਆ। ਸੰਤਨ ਕੇ ਕਾਰ ਖਸਮਾਨਾ ਹੀ ਹੋ ਗਿਆ ਜੀ। ਹਾਂਜੀ, ਖਸਮਾਨਾ ਹੋ ਗਿਆ, ਪਰ ਖਸਮਾਨਾ ਜਿਹੜਾ ਹੈਗਾ ਜਿਹੜਾ ਚਾਹੁੰਦਾ ਹੈ ਉਹਦਾ ਹੀ ਹੁੰਦਾ ਹੈ ਨਾ। ਸੰਤਨ ਕੇ ਕਾਰਜ ਸਗਲ ਸਵਾਰੇ। ਸੰਤਨ ਕੇ ਕਾਰਜ, ਜਿਹੜੇ ਸਾਧਨਾ ਕਰਦੇ ਆ ਉਹਨਾਂ ਦੇ ਕਾਰਜ ਸਾਰੇ ਸਵਾਰੀ ਜਾਂਦਾ ਹੈ, ਕਿਉਂਕਿ ਇਸ ਰਸਤੇ ਤੇ ਤੁਰ ਪਿਆ ਬੰਦਾ ਮਾਲਕ ਨੇ ਦੇਖਣਾ ਹੈ ਭਾਈ। ਮਾਲਕ ਨੇ ਜਿਹੜਾ ਹੈਗਾ ਅੱਗੇ ਫੈਸਿਲਿਟੀ ਦੇਣੀ ਹੈ ਮਾਲਕ ਪਰਮਾਤਮਾ ਨੇ। ਸੰਤਨ ਕੇ ਕਾਰਜ ਸਗਲ ਸਵਾਰੇ, ਸਾਰੇ ਦੇ ਸਾਰੇ ਕਾਰਜ ਮਾਲਕ ਸਵਾਰਦਾ ਹੈ। ਦੀਨ ਦਿਆਲ ਕਿਰਪਾਲ ਕਿਰਪਾਨਿਧ ਪੂਰਨ ਖਸਮ ਹਮਾਰੇ ਰਹਾਓ, ਕਿਉਂਕਿ ਉਹ ਪੂਰਨ ਖਸਮ ਹੈ ਮਾਲਕ ਪਰਮਾਤਮਾ। ਦੀਨਾਂ ਦੇ ਉੱਤੇ ਦਇਆ ਕਰਨ ਵਾਲਾ ਹੈ ਮਾਲਕ ਪਰਮਾਤਮਾ, ਕਿਰਪਾ ਕਰਨ ਵਾਲਾ ਹੈ ਮਾਲਕ ਪਰਮਾਤਮਾ, ਕਿਰਪਾ ਦਾ ਖਜ਼ਾਨਾ ਹੈ ਮਾਲਕ ਪਰਮਾਤਮਾ। ਦੀਨ ਦਿਆਲ ਦੇਖੋ, ਸੰਤਨ ਕੇ ਕਾਰਜ ਸਗਲ ਸਵਾਰੇ, ਦੀਨ ਦਿਆਲ ਕਿਰਪਾਲ ਕਿਰਪਾਨਿਧ ਪੂਰਨ ਖਸਮ ਹਮਾਰੇ ਰਹਾਓ। ਇਸ ਤਰ੍ਹਾਂ ਆਪਾਂ ਨੂੰ ਮਾਲਕ ਪਰਮਾਤਮਾ ਦੇ ਉੱਤੇ ਪੂਰਾ ਭਰੋਸਾ ਹੋਣਾ ਚਾਹੀਦਾ। ਜਿਹੜਾ ਵੀ ਇਸ ਰਸਤੇ ਤੇ ਤੁਰ ਰਿਹਾ ਆ, ਅੱਗੇ ਮਾਲਕ ਪਰਮਾਤਮਾ ਨੇ ਔਂਕੜਾਂ ਜਿਹੜੀਆਂ ਹੈਗੀਆਂ ਮਾਲਕ ਨੇ ਦੇਖਣੀਆਂ ਹੈਗੀਆਂ ਭਾਈ। ਆਪਾਂ ਨੇ ਤੁਰਨਾ ਹੈਗਾ ਬਸ। ਆਪਾਂ ਨੂੰ ਜਿਹੜਾ ਹੈਗਾ ਮਾਲਕ ਨੂੰ ਜਿਹੜਾ ਹੈਗਾ ਇਹ ਮਾਲਕ ਨੂੰ ਜਿਹੜਾ ਹੈਗਾ ਵੀ ਆਪਣੀ ਪੁਕਾਰ ਜਿਹੜੀ ਹੈਗੀ ਉਹ ਜੈਨੂਇਨ ਹੋਣੀ ਚਾਹੀਦੀ ਆ। ਆਪਣੇ ਅੰਦਰੋਂ ਜਿਹੜੀ ਹੈਗੀ ਇਸ ਰਸਤੇ ਤੇ ਤੁਰਨ ਦੀ ਪੁਕਾਰ ਹੋਣੀ ਚਾਹੀਦੀ। ਆਓ ਬੈਠ ਆਦਰ ਸਭ ਥਾਈਂ ਊਨ ਨਾ ਕਥੂ ਬਾਤਾਂ। ਉਹਨੂੰ ਫਿਰ ਜਿਹੜਾ ਹੈਗਾ ਸਾਰੇ ਲੋਕੀ ਜਿਹੜੇ ਹੈਗੇ ਉਹਨੂੰ ਇੱਜ਼ਤ ਕਰਦੇ ਆ, ਜਿਹੜਾ ਵੀ ਮਾਲਕ ਪਰਮਾਤਮਾ ਦੇ ਰਸਤੇ ਤੇ ਤੁਰਦਾ ਹੈਗਾ। ਆਓ ਬੈਠ ਆਦਰ ਸਭ ਥਾਈਂ ਊਨ ਨਾ ਕਥੂ ਬਾਤਾਂ, ਕਿਸੇ ਪਾਸਿਓਂ ਕੋਈ ਕਮੀ ਨਹੀਂ ਰਹਿ ਜਾਂਦੀ। ਭਗਤ ਸਿਰੋਂ ਪਾਓ ਦਿਓ ਜਨ ਆਪਣੇ ਪ੍ਰਤਾਪ ਨਾਨਕ ਪ੍ਰਭ ਜਾਤਾ। ਆ ਦੇਖੋ, ਭਗਤ ਸਿਰੋਂ ਪਾਓ ਦਿਓ ਜਨ ਆਪਣੇ ਜਨ ਨੂੰ ਕੀ ਦਿੰਦਾ ਹੈ ਮਾਲਕ ਪਰਮਾਤਮਾ? ਭਗਤੀ ਦਿੰਦਾ ਹੈ, ਭਗਤੀ ਦਾ ਸਰੋਪਾ ਦਿੰਦਾ ਹੈ ਆਪਣੇ ਜਨ ਨੂੰ ਭਗਤੀ ਦਾ ਸਰੋਪਾ ਦਿੰਦਾ ਹੈ। ਭਗਤ ਸਿਰੋਂ ਪਾਓ ਦਿਓ ਜਨ ਆਪਣੇ ਪ੍ਰਤਾਪ ਨਾਨਕ ਪ੍ਰਭ ਜਾਤਾ। ਆਇਆ ਮਾਲਕ ਪਰਮਾਤਮਾ ਦਾ ਪ੍ਰਤਾਪ। ਆਪਾਂ ਨੇ ਸਿਰਫ ਜਿਹੜਾ ਹੈਗਾ ਆਪਣੇ ਅੰਦਰੋਂ ਜਿਹੜੀ ਪੁਕਾਰ ਹੋਣੀ ਚਾਹੀਦੀ ਹੈ ਇਸ ਰਸਤੇ ਤੇ ਤੁਰਨ ਦੀ, ਜਿਹੜੀ ਹੈਗੀ ਦਿਲੋਂ ਜਿਹੜੀ ਹੈਗੀ ਆਪਣੇ ਅੰਦਰ ਇੱਛਾ ਹੋਣੀ ਚਾਹੀਦੀ। ਆਪਾਂ ਇੱਛਾਧਾਰੀ ਹੈਗੇ, ਮਾਲਕ ਦਾ ਕੰਮ ਆ ਇੱਛਾ। ਮਾਲਕ ਨੇ ਦੁਨੀਆ 'ਚ ਭੇਜਿਆ, ਉਹ ਕਹਿੰਦੇ ਜੋ ਇੱਛਾ ਕਰੇਗਾ। ਦੋ ਪਾਸੇ ਦੋ ਸਲਾਟ ਹੈਗਾ, ਇੱਕ ਮਾਇਆ ਹੈਗੀ, ਇੱਕ ਮੈਂ ਹੈਗਾ। ਇੱਕ ਜਿਹੜਾ ਹੈਗਾ ਆਕਾਰ ਹੈਗਾ, ਇੱਕ ਨਿਰਾਕਾਰ ਹੈਗਾ। ਬਸ ਦੋਨੋਂ ਪਾਸੇ ਜਿਹੜੀ ਮਰਜ਼ੀ ਇੱਛਾ ਕਰ ਸਕਦਾ ਹੈ ਤੂੰ, ਪਰ ਇੱਛਾ ਤੇਰੇ ਅੰਦਰੋਂ ਜੋ ਇੱਛਾ ਹੋਏਗੀ ਤੇਰੇ ਅੰਦਰੋਂ ਦਿਲੋਂ ਉਹ ਮੈਂ ਪੂਰੀ ਕਰੂੰਗਾ। ਅੱਜ ਹੀ ਲੜੀ ਪੂਰੀ ਹੋਈ। ਇਸ ਤੋਂ ਬਾਅਦ ਜਿਹੜਾ ਹੈਗਾ 9ਵੀਂ ਪਾਤਸ਼ਾਹੀ ਦੇ ਸ਼ਬਦ ਆ ਰਹੇ। ਸੋਠ ਮਹੱਲਾ 9ਵਾਂ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਰੇ ਮਨ ਰਾਮ ਸਿਉ ਕਰ ਪ੍ਰੀਤ। ਦੇਖੋ ਹੁਣ ਇੱਥੋਂ ਕੀ ਕਹਿ ਰਿਹਾ ਮਹਾਰਾਜ, ਗਿਆਨ ਕੀ ਕਹਿ ਰਿਹਾ? ਰੇ ਮਨ ਰਾਮ ਸਿਉ ਕਰ ਪ੍ਰੀਤ। ਕਹਿੰਦੇ ਮਾਲਕ ਪਰਮਾਤਮਾ ਦੇ ਨਾਲ ਪਿਆਰ ਪਾ, ਮਾਲਕ ਪਰਮਾਤਮਾ ਦੇ ਨਾਲ ਪਿਆਰ ਪਾ। ਸਰਵਣ ਗੋਬਿੰਦ ਗੁਣ ਸੁਨੋ ਔਰ ਗਾਓ ਰਸਨਾ ਗੀਤ। ਕਹਿੰਦੇ ਕਿਸ ਤਰ੍ਹਾਂ ਪਿਆਰ ਪਾਇਆ ਜਾਏਗਾ? ਕਹਿੰਦੇ ਪਰਮਾਤਮਾ ਦੇ ਗੁਣ ਸੁਣ ਲਾ ਮਨ ਮੇਰਿਆ, ਪਰਮਾਤਮਾ ਦੇ ਗੁਣ ਸੁਣ। ਸਰਵਣ ਗੋਬਿੰਦ ਗੁਣ ਸੁਨੋ ਔਰ ਗਾਓ ਰਸਨਾ ਗੀਤ। ਔਰ ਰਸਨਾ ਦੇ ਨਾਲ ਜਿਹੜਾ ਹੈਗਾ ਅੰਦਰੋਂ ਜਿਹੜਾ ਹੈਗਾ ਮਾਲਕ ਪਰਮਾਤਮਾ ਦੇ ਗੀਤ ਗਾ। ਮਾਲਕ ਪਰਮਾਤਮਾ ਨੂੰ ਜਿਹੜਾ ਹੈਗਾ ਪੁਕਾਰ ਕਰ ਮਾਲਕ ਪਰਮਾਤਮਾ ਨੂੰ। ਗਾਓ ਰਸਨਾ ਗੀਤ ਰਹਾਓ। ਕਰ ਸਾਧ ਸੰਗਤ ਸਿਮਰ ਮਾਧੋ ਹੋਏ ਪਤਿਤ ਪੁਨੀਤ। ਮੇਰੇ ਮਨਾ ਦੇਖੋ ਆਪਸ਼ਨ ਆਪਣੇ ਕੋਲ ਆ। ਸਾਧ ਸੰਗਤ ਕਰ ਲਈਏ,
ਭਾਈ ਕੋ ਸੰਗਤ 'ਚ ਚਲੇ ਜਾਈਏ। ਮਹਾਰਾਜ 9ਵੀਂ ਪਾਤਸ਼ਾਹੀ ਕਹਿ ਰਹੇ ਆ, ਕਰ ਸਾਧ ਸੰਗਤ ਸਿਮਰ ਮਾਧੋ। ਸਾਧ ਸੰਗਤ ਦਾ ਫਲ ਕੀ ਆ? ਪਰਮਾਤਮਾ ਨੂੰ ਸਿਮਰਨ ਕਰਨਾ। ਮਾਲਕ ਆ ਜਾਂਦਾ ਹੈ ਜਿਹੜਾ ਹੈਗਾ ਆਪਣੇ ਅੰਦਰ, ਆਪਣੀ ਖਿੱਚ ਬਣ ਜਾਂਦੀ ਹੈ ਮਾਲਕ ਪਰਮਾਤਮਾ ਦੇ ਨਾਲ। ਸਾਧ ਸੰਗਤ ਨੇ, ਗੁਰੂ ਨੇ, ਬ੍ਰਹਮ ਗਿਆਨੀਆਂ ਨੇ ਕੀ ਕਰਨਾ? ਪਿਆਰ ਪਾ ਦੇਣਾ ਹੈ ਮਾਲਕ ਪਰਮਾਤਮਾ ਦੇ ਨਾਲ। ਬ੍ਰਹਮ ਗਿਆਨ ਆ ਕੰਮ ਕਰਨਾ ਹੈ ਬ੍ਰਹਮ ਗਿਆਨ ਨੇ। ਕਰ ਸਾਧ ਸੰਗਤ, ਫਿਰ ਕੀ ਕਰੂਗਾ? ਸਿਮਰ ਮਾਧੋ, ਫਿਰ ਉਹ ਧਿਆਨ ਸਿਮਰਨ ਸ਼ੁਰੂ ਹੋ ਜਾਏਗਾ। ਸਹੀ ਰਸਤਾ, ਸਹੀ जुक्ति, होए पतित पुनीत। आप पतित तो पुनीत हो जाएगा। तो काल ब्याल ज्यों पर्यो डोलै मुख पसारे मीत। हे मेरे मित्र, हे मेरे मित्र, देख ਜਿਹੜਾ ਕਾਲ ਹੈਗਾ, ਜਿਹੜੀ ਮਾਇਆ ਹੈਗੀ ਆ, ਉਹ ਜਿਹੜੀ ਹੈ ਬਿਆਲ ਕਹਿੰਦੇ ਆ, ਬਹੁਤ ਵੱਡਾ ਸੱਪ, ਬਹੁਤ ਵੱਡਾ ਫਨੀਅਰ। ਕਾਲ ਬਿਆਲ ਜਿਉਂ ਪਰਿਓ ਡੋਲੇ, ਕਹਿੰਦੇ ਜਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਬਿਲਕੁਲ ਡੋਲ ਰਿਹਾ ਹੈ ਤੇਰੇ ਉੱਤੇ, ਮੁਖ ਪਸਾਰਿਆ ਹੋਇਆ ਉਹਨੇ। ਹੇ ਮੇਰੇ ਮਿੱਤਰ, ਤੇਰੇ ਚਾਂਸ ਚਲੇ ਜਾਣਾ ਹੈ, ਇਹ ਖਾ ਜਾਣਾ ਹੈ ਉਹਨੇ ਚਾਂਸ। काल ब्याल ज्यों पर्यो डोले मुख पसारे मीत। आज काल फुन तोहें ग्रस है समझ राखो चीत। कहते तैनू सीधा ही निगल लेना है उसने, वो काल ने निगल लेना है। आज काल फुन तोहें ग्रस है, आज नहीं तो कल तेरी बारी आई ले। समझ राखो चीत, आज समझ रख ला अपने भी इस डंडे ते हमेशा नहीं रह सकता। तेरा जिहड़ा हैगा, तेरा समा आ जाना है, फिक्स है तेरा समा। कहे नानक राम भज लै जात अवसर बीत। कहते भजन कर ला प्यारिया, भजन कर ला, ध्यान सिमरन कर ला, वो मालक नू याद कर ला, राम नू जिहड़ा रमिया होया है। कहे नानक, कक्के नू औंकड़ लगी हुई है। 9वीं पातशाही आपां नू ज्ञान दे रहा है, अपने मन नू समझा के। आपां ने अपने मन नू समझाउणा है। कहे नानक राम भज लै जात अवसर बीत। ਇੱਥੇ ਹੁਣ ਆਪਾਂ ਜਿਹੜੇ ਹੈਗੇ, ਇਹ ਜਿਹੜੀ ਹੈਗੀ ਆ, ਇਹ ਸਾਧ ਸੰਗਤ ਜਿਹੜੀ ਹੈਗੀ, ਇਹਦੇ ਵਿੱਚ ਕੀ ਕਰ ਰਹੇ ਹਾਂ? ਇਹਦੇ ਵਿੱਚ ਆਹੀ ਆਪਣੇ ਮਨ ਨੂੰ ਸਮਝਾਉਣਾ ਹੈ, ਭਜਨ ਵੱਲ ਨੂੰ ਪ੍ਰੇਰਿਤ ਕਰ ਰਹੇ ਹਾਂ ਆਪਾਂ, ਆਹੀ ਪਿਆਰ ਪਾ ਰਹੇ ਹਾਂ ਮਾਲਕ ਦੇ ਨਾਲ। ਇਸ ਤੋਂ ਇਲਾਵਾ ਕੁਛ ਨਹੀਂ ਕਰ ਰਹੇ ਆਪਾਂ। ਹਾਲੇ ਆਪਸ਼ਨ ਜਿਹੜਾ ਹੈਗਾ, ਇਹ ਭਜਨ ਕਰਨਾ ਹੈ ਨਹੀਂ ਕਰਨਾ ਹੈ, ਆਪਣੀ ਮਰਜ਼ੀ ਹੈ ਭਾਈ, ਇਹ ਆਪਣੀ ਮਰਜ਼ੀ ਹੈ। ਪਰ ਜਿਹੜਾ ਹੈਗਾ ਆਜ ਕਾਲ ਫੁਨ ਤੋਹੇ ਗਰਸ ਹੈ ਸਮਝ ਰੱਖੋ ਚੀਤ, ਆ ਜਿਹੜਾ ਹੈਗਾ ਬਿਲਕੁਲ ਆਪਣੇ ਮਨ 'ਚ ਰੱਖ ਲਈਏ ਭਾਈ। ਭਜਨ ਕਰਨ ਦੀ ਜਸਟੀਫਿਕੇਸ਼ਨ ਹੀ ਕਰ ਰਹੇ ਹਾਂ। ਜਸਟੀਫਿਕੇਸ਼ਨ ਕਰ ਰਿਹਾ ਹੈ, ਬਿਲਕੁਲ ਸਹੀ ਗੱਲ ਹੈ। ਕਹੇ ਜਿੱਦਾਂ ਸ਼ਿਵ ਜੀ ਦੇ ਗਲ ਦੇ ਵਿੱਚ ਮਤਲਬ ਫੋਟੋ ਹੁੰਦੀਆਂ ਸੀ, ਯੂਜ਼ ਟੂ ਦੇਖੀ ਦੀਆਂ ਸੀਗੀਆਂ, ਸ਼ਹਿਰਾਂ 'ਚ ਜਾਂਦੇ ਸੀਗੇ, ਤਾਂ ਸ਼ਿਵ ਜੀ ਦੇ ਗਲ ਦੇ ਵਿੱਚ ਮਤਲਬ ਸੱਪ ਪਾਇਆ ਹੋਣਾ, ਤਾਂ ਪਸਾਰੇ ਨਾਲੇ ਸਵਾਹ ਮਲੀ ਹੋਣੀ। ਕਿ ਮਤਲਬ ਉਹ ਤਾਂ ਇੰਡੀਕੇਟ ਤਾਂ ਇਹੀ ਕਰਦਾ ਸੀ ਕਿ ਕਾਲ ਬਿਆਲ ਮਤਲਬ ਤੇਰੇ ਸਿਰ ਤੇ ਮਤਲਬ ਮੁਖ ਪਸਾਰਿਆ ਹੈ, ਪਸਾਰੇ ਬੈਠਾ। ਮਤਲਬ ਬੰਦੇ ਦੇ ਅੰਦਰ ਇਹ ਡਰ ਹੋਵੇ ਕਿ ਕਿਸੇ ਵੇਲੇ ਵੀ ਮੇਰੀ ਜਾਣ ਵਾਲਾ ਹੈ। ਮਤਲਬ ਇੰਡੀਕੇਸ਼ਨ ਤਾਂ ਇਹੀ ਸੀਗੇ ਕਿ ਕਿੰਨਿਆਂ ਨੂੰ ਦੱਸੀਏ। ਬਿਲਕੁਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ, ਔਰ ਡਰ ਨਹੀਂ ਹੈ, ਇਹ ਤਾਂ ਐਕਚੁਅਲ ਜਿਹੜਾ ਹੈ ਨਾ ਹਕੀਕਤ ਹੈਗੀ ਭਾਈ, ਬਿਲਕੁਲ ਹਕੀਕਤ ਹੈਗੀ। ਬਿਲਕੁਲ ਇਹ ਭਾਜੀ ਇੰਡੀਕੇਸ਼ਨ ਤਾਂ ਮਿਲਦੀ ਆ, ਮਤਲਬ ਤੁਹਾਨੂੰ ਦੇਖ ਕੇ ਆਉਂਦਾ ਕਿ ਹਾਂ ਹੋਣ ਵਾਲਾ ਹੈ ਮੇਰੇ। ਹਾਂ ਬਿਲਕੁਲ ਇਹ ਚੀਜ਼ ਹੈ, ਇਹ ਬਿਲਕੁਲ ਇਹ ਬਈ ਸਮਝੇ ਬਈ, ਜਿਹਨੂੰ ਇਨਸਾਨ ਨੂੰ ਪਤਾ ਹੈ ਭਾਈ। ਦੇਖੋ ਮੇਰੀ ਗੱਲ ਸੁਣੋ, ਜਦ ਆਪਾਂ ਨੂੰ ਪਤਾ ਹੈ ਕਿ ਆਪਣੇ ਕੋਲ ਜਿਹੜੇ ਹੈਗੇ ਥੋੜੇ ਜਿਹੇ ਰੁਪਈਏ ਹੈਗੇ ਆ, ਤੇ ਫਿਰ ਆਪਾਂ ਜਿਹੜੇ ਹੈਗੇ ਹਿਸਾਬ ਦੇ ਨਾਲ ਹੀ ਖਰਚਾ ਕਰਾਂਗੇ। ਬਸ ਆਹ ਚੀਜ਼ ਹੈਗੀ, ਸਾਨੂੰ ਪਤਾ ਹੀ ਨਹੀਂ ਵੀ ਅਗਲਾ ਰੁਪਈਆ ਹੈਗਾ ਕਿ ਨਹੀਂ ਹੈਗਾ। ਜਿਹੜੇ ਸੰਤ ਮਤਲਬ ਸਰੀਰ ਤੇ ਸਵਾਹ ਮਾਰ ਲੈਂਦੇ ਆ ਜੀ, ਹਾਂਜੀ, ਉਹ ਵੀ ਇਹੀ ਆ। ਹਾਂਜੀ ਬਿਲਕੁਲ, ਬਈ ਇਹ ਸਰੀਰ ਖਤਮ ਹੋ ਜਾਣਾ, ਸਵਾਹ ਹੋ ਜਾਣਾ, ਬਈ ਇਹ ਕੁਝ ਚੇਤਨ ਹੋ ਸੋਚੋ ਤੁਸੀਂ। ਬਿਲਕੁਲ ਸਟਾਰਟਿੰਗ ਪੁਆਇੰਟ ਹੈ ਨਾ ਜੀ, ਭਾਉ ਬਿਨ ਭਾਉ ਨਾ ਉਪਜੇ, ਭਾਉ ਤੋਂ ਹੀ ਸ਼ੁਰੂ ਹੋਣੀ ਹੈ। ਬਿਲਕੁਲ ਪ੍ਰੇਮ ਦੇ ਨਾਲ ਢਲਣਾ ਕੀਜੇ ਮੇਰੀ ਜ਼ਿੰਦੜੀ ਹੈ, ਮਤ ਕੇ ਜਾਪੇ ਸਾ ਆਵੇ ਕਿ ਨਾ ਆਵੇ ਰਾਮ। ਰਾਮ ਹਰ ਜਪਦਿਆਂ ਹਮ ਆਦਮੀ ਹੈ ਇੱਕਦਮ ਹੀ, ਬਿਲਕੁਲ। ਹਾਂ ਦੇਖੋ ਅਗਲਾ ਸ਼ਬਦ ਆ ਗਿਆ, ਸੋਰਠ ਮਹਲਾ 9ਵਾਂ, ਮਨ ਕੀ ਮਨ ਹੀ ਮਾਹੇ ਰਹੀ। ਲਓ ਹੋ ਗਿਆ ਕੰਮ, ਦੁਚਿੱਤੇ ਦੇ ਵਿੱਚ ਹੀ ਚਲਾ ਗਿਆ ਬਈ। ਇੱਧਰ ਧਿਆਨ ਸਿਮਰਨ ਕਰਨਾ, ਚਲੋ ਕਰ ਲਾਂਗੇ, ਕੋਈ ਨਹੀਂ ਕਰ ਲਾਂਗੇ, ਕੋਈ ਨਹੀਂ ਕਰ ਲਾਂਗੇ, ਬਸ ਉਹ ਸਮਾਂ ਖਤਮ ਹੋ ਗਿਆ।
ਆ ਗਿਆ ਭਾਈ ਕਾਲ ਨੇ ਗਰਾਸ ਮਾਰ ਲਿਆ, ਉਹਨੇ ਬਿਆਲ ਨੇ। ਸਾਧੂ ਗੱਲ ਹੀ ਲੱਗਦੀ ਜੀ। ਮਨ ਕੀ ਮਨ ਹੀ ਮਾਹੇ ਰਹੀ ਸਾਰਿਆਂ ਦੀ ਹੈ ਭਾਈ। ਦੇਖ ਲਓ ਬਹੁਤ ਜ਼ਬਰਦਸਤ ਸੇਧ ਮਿਲ ਰਹੀ ਆ। ਇਹ ਕੰਡੈਂਸਡ ਗਿਆਨ ਆ ਔਰ ਬਿਲਕੁਲ ਸਿੰਪਲ ਸ਼ਬਦ ਆ, ਹਰੇਕ ਨੂੰ ਸਮਝ ਆਉਣ ਵਾਲੇ। ਇਹਦੇ ਵਿੱਚ ਆਪਾਂ ਕੀ ਐਕਸਪਲੇਨ ਕਰ ਸਕਦੇ ਹਾਂ? ਬਿਲਕੁਲ ਸਿੰਪਲ ਔਰ ਕੰਡੈਂਸਡ ਗਿਆਨ ਦਾ ਐਸਾ ਗਿਆਨ ਇੰਨਾ ਕੁੱਟ ਕੇ ਭਰਿਆ ਹੋਇਆ। ਨੌਵੀਂ ਪਾਤਸ਼ਾਹੀ ਦੇ ਸ਼ਬਦ ਜਿਹੜੇ ਹੈਗੇ ਕਮਾਲ ਆ ਬਿਲਕੁਲ। ਔਰ ਇਹਨਾਂ ਦਾ ਰਹਾਉ ਸਭ ਤੋਂ ਪਹਿਲਾਂ ਉੱਪਰ ਆਊਗਾ। ਸਾਰੇ ਸ਼ਬਦਾਂ ਦਾ, ਨੌਵੀਂ ਪਾਤਸ਼ਾਹੀ ਦੇ ਸ਼ਬਦਾਂ ਦੀ ਬਣਤਰ ਆ ਰਹਾਉ ਪਹਿਲਾਂ ਦਿੰਦੇ ਆ ਮਹਾਰਾਜ। ਸੋਠ ਮਹਲਾ 9ਵਾਂ, ਮਨ ਕੀ ਮਨ ਹੀ ਮਾਹੇ ਰਹੀ। ਕਹਿੰਦੇ ਮਨ ਦੀ ਮਨ 'ਚ ਹੀ ਰਹਿ ਗਈ ਬਸ। ਅੱਜ ਕੱਲ੍ਹ ਕਰਦੇ ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਹੀ। ਕਹਿੰਦੇ ਨਾ ਤਾਂ ਭਾਈ ਪਰਮਾਤਮਾ ਦਾ ਭਜਨ ਕੀਤਾ ਹੈ, ਨਾ ਤੀਰਥ ਕੀ ਆ? ਤੀਰਥ ਹੈਗਾ ਤੀਰਥ ਨਾਵਣ ਜਾਓ, ਤੀਰਥ ਨਾਮ ਹੈ ਬਿਲਕੁਲ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਆ ਤਾਂ ਕੀਤਾ ਹੀ ਨਹੀਂ, ਆ ਵਿਚਾਰ ਲਈ ਨਹੀਂ ਆਪਾਂ ਨੇ, ਆ ਗਿਆਨ ਤਾਂ ਲਿਆ ਹੀ ਨਹੀਂ। ਇਹਨੇ ਦੱਸਣਾ ਹੈ ਬਈ ਤੀਰਥ ਕੀ ਹੈਗਾ। ਮਨ ਕੀ ਮਨ ਹੀ ਮਾਹੇ ਰਹੀ, ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਹੀ। ਤੀਰਥ ਤੇ ਬੈਠ ਕੇ ਜਿਹੜਾ ਹੈਗਾ ਸਮਰਨ ਕੀਤਾ ਹੀ ਨਹੀਂ, ਸੇਵਾ ਕੀਤੀ ਹੀ ਨਹੀਂ। ਔਰ ਚੋਟੀ ਕਾਲ ਗਈ, ਕਾਲ ਨੇ ਆ ਕੇ ਫੜ ਲਿਆ ਭਾਈ ਚੱਲ ਬਈ ਤੇਰਾ ਸਮਾਂ ਖਤਮ ਹੋ ਗਿਆ ਬਸ। ਉਦੋਂ ਜਿਹੜਾ ਹੈਗਾ ਬੰਦਾ ਜਿਹੜਾ ਹੈਗਾ ਉਦੋਂ ਜਿਹੜਾ ਹੈਗਾ ਜਾਗਦਾ ਹੈ ਫਿਰ। ਪਰ ਉਦੋਂ ਜਿਹੜਾ ਹੈ ਆਪਸ਼ਨ ਨਹੀਂ ਹੈ ਕੁਛ, ਹੁਣ ਹੋ ਨਹੀਂ ਸਕਦਾ ਕੁਛ ਵੀ। ਰਹਾਓ ਦਾਰਾ ਮੀਤ ਪੂਤ ਰਥ ਸੰਪਤ ਧਨ ਪੂਰਨ ਸਭ ਮਹੀ। ਹੁਣ ਦੇਖ ਲਓ ਇਹ ਗਿਣਾ ਦਿੱਤਾ ਮਹਾਰਾਜ ਨੇ, ਸਾਰੇ ਦੇ ਸਾਰੇ ਗਿਣਾਤੇ। ਦਾਰਾ ਘਰ ਵਾਲੀ ਘਰ ਵਾਲਾ, ਮੀਤ ਮਿੱਤਰ, ਪੂਤ ਇਹ ਪੁੱਤ ਧੀਆਂ, ਰਥ ਸੰਪਤ ਇਹ ਕਾਰਾਂ ਕੂਰਾਂ ਸਾਰੀਆਂ, ਸੰਪੱਤੀ ਧਨ ਦੌਲਤ, ਪੂਰਨ ਸਭ ਮਹੀ। ਕਹਿੰਦੇ ਬਸ ਇੱਕ ਗੱਲ ਯਾਦ ਰੱਖ ਲਓ ਬਸ। ਕਹਿੰਦੇ ਮੈਂ ਹੁਣ ਇੱਕ ਕਰਕੇ ਆਈਟਮ ਨਹੀਂ ਗਿਣਾ ਸਕਦਾ। ਕਹਿੰਦੇ ਸਾਰੀ ਦੀ ਸਾਰੀ ਧਰਤੀ ਮਹੀ, ਕਹਿੰਦੇ ਆ ਸਾਰੀ ਧਰਤੀ। ਦਾਰਾ ਮੀਤ ਪੂਤ ਰਥ ਸੰਪਤ ਧਨ ਪੂਰਨ ਸਭ ਮਹੀ। ਸਾਰੀ ਧਰਤੀ ਮਹੀ ਮਤਲਬ ਧਰਤੀ। ਅਵਰ ਸਗਲ ਮਿਥਿਆਏ ਜਾਨੋ ਭਜਨ ਰਾਮ ਕੋ ਸਹੀ। ਦੱਸੋ ਹੁਣ ਇਸ ਤੋਂ ਉੱਪਰ ਕੀ ਕਹਿ ਸਕਦੇ ਮਹਾਰਾਜ। ਕਹਿੰਦੇ ਭਾਈ ਸਾਰਾ ਕੁਛ ਮਿਥਿਆ ਸਮਝੋ, ਸਾਰਾ ਕੁਛ ਮਿਥਿਆ ਸਮਝੋ, ਭਜਨ ਰਾਮ ਕੋ ਸਹੀ। ਬਸ ਆ ਭਗਤੀ ਸਹੀ ਹੈਗੀ ਭਾਈ, ਧਿਆਨ ਸਿਮਰਨ ਸਹੀ ਹੈਗਾ। ਨੌਵੀਂ ਪਾਤਸ਼ਾਹੀ ਗਿਆਨ ਦੇ ਰਹੇ ਭਾਈ ਬਿਲਕੁਲ। ਜਿਹੜੇ ਆਖਰੀ ਜਿਹੜੇ ਆਖਰੀ ਆਪਣੇ ਗੁਰੂ ਮਹੱਲੇ ਆਖਰੀ ਜਿਨ੍ਹਾਂ ਦਾ ਗਿਆਨ ਹੈਗਾ ਇਸ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਦਾਰਾ ਮੀਤ ਜਿਨ੍ਹਾਂ ਨੇ ਆਪਣੇ ਆਪ ਨੂੰ ਜਿਹੜਾ ਹੈਗਾ ਧਰਮ ਦੀ ਖਾਤਰ ਜਿਹੜਾ ਹੈਗਾ ਆਪਣੇ ਆਪ ਨੂੰ ਕੁਰਬਾਨ ਕਰਤਾ। ਦਾਰਾ ਮੀਤ ਪੂਤ ਰਥ ਸੰਪਤ ਧਨ ਪੂਰਨ ਸਭ ਮਹੀ। ਕਹਿੰਦੇ ਸਾਰੀ ਦੀ ਸਾਰੀ ਜਿਹੜੀ ਹੈਗੀ ਆ ਪੂਰਨ, ਸਾਰਾ ਧਨ ਜੋ ਮਰਜ਼ੀ ਲੈ ਲਓ, ਸਾਰੀ ਧਰਤੀ ਲੈ ਲਓ ਭਾਈ ਬਸ। ਕਹਿੰਦੇ ਉਹ ਵੀ ਝੂਠ ਆ। ਅਵਰ ਸਗਲ ਮਿਥਿਆ ਹੈ ਜਾਨੋ ਭਜਨ ਰਾਮ ਕੋ ਸਹੀ। ਫਿਰ ਭਾਜੀ ਟਰੂਥ ਆ। ਹਾਂ ਸੌਰੀ ਬਿਲਕੁਲ ਟਰੂਥ ਆ। ਮਤਲਬ ਕਿ ਜਿਹੜੀ ਵੀ ਚੀਜ਼ ਇੱਥੇ ਬਣਾਉਨੇ ਉਹ ਨਾਲ ਤਾਂ ਕੋਈ ਲੈ ਕੇ ਨਹੀਂ ਗਿਆ, ਔਰ ਨਾ ਹੀ ਤੁਹਾਡਾ ਕੋਈ ਧੀ ਪੁੱਤ ਸਕੀ ਸੰਬੰਧੀ ਕੋਈ ਤੁਹਾਡਾ ਸਾਥ ਦਿੰਦਾ ਜਿਹੜੇ ਤੁਹਾਡੇ ਤੇ ਵਕਤ ਆਉਂਦਾ। ਬਿਲਕੁਲ ਵਕਤ ਤਾਂ ਦੁਨਿਆਵੀ ਵਕਤ ਹੈ, ਇਹਨੂੰ ਕੀ ਕਰਨਾ ਆਪਾਂ। ਵਕਤ ਇੱਥੇ ਸਾਥ ਚਾਹੀਦਾ ਸਾਨੂੰ ਤਾਂ। ਆ ਹੁਣ ਜਿਹੜਾ ਹੈਗਾ ਮਨੁੱਖੀ ਚਾਂਸ ਜਾ ਰਿਹਾ ਹੈ ਆਪਣਾ, ਆਹ ਚੀਜ਼ ਦੇ ਵਾਸਤੇ ਸਾਥ ਚਾਹੀਦਾ ਹੈ ਭਾਈ। ਆਹ ਜਿਹੜਾ ਹੈਗਾ ਇੱਥੇ ਸਾਥ ਕੋਈ ਨਹੀਂ ਦਿੰਦਾ। ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਹੀ। ਦੇਖ ਲਓ ਭਾਈ, ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਹੀ। ਕਹਿੰਦੇ ਬੜਾ ਜਿਹੜਾ ਹੈਗਾ ਸਮਾਂ ਲੰਘ ਗਿਆ ਭਾਈ, ਜੁਗ ਚਲੇ ਗਏ ਜੁਗ। ਫਿਰਤ ਬਹੁਤੇ ਜੁਗ ਬਹੁਤੇ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇ ਲਹੀ। ਮਨੁੱਖਾ ਸਰੀਰ ਮਿਲਿਆ ਆ, ਇਸ ਤਰ੍ਹਾਂ ਹੀ ਗਵਾ ਦਿੰਦਾ ਹੈ ਮੈਂ। ਫਿਰਤ ਬਹੁਤੇ ਜੁਗ, ਕਈ ਜੁਗ ਹੋ ਗਏ ਔਰ ਮਨੁੱਖ ਸਰੀਰ ਲੈਣਾ ਹੈ
ਔਰ ਗਵਾਚ ਜਾਂਦਾ ਹੈ। ਫਿਰ ਕੀ ਹੋ ਜਾਂਦਾ ਹੈ? ਫਿਰਤ ਬਹੁਤੇ ਜੁਗ ਹਾਰਿਓ, ਹਾਰ ਜਾਣਾ ਹੈ ਮੈਂ, ਗੇਮ ਹੀ ਹਾਰ ਜਾਣਾ ਹੈ ਮੈਂ। ਮਾਨਸ ਦੇ ਲਈ ਮਨੁੱਖਾ ਸਰੀਰ ਲੈ ਲੈਣਾ ਹੈ, ਫਿਰ ਹਾਰ ਕੇ ਚਲੇ ਜਾਣਾ ਹੈ। ਬਸ ਖਾਇਆ ਪੀਆ ਕੁਛ ਨਹੀਂ, ਬਸ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇ ਲਈ ਨਾਨਕ ਕਹਿਤ ਮਿਲਨ ਕੀ ਵਰੀਆ, ਸਿਮਰਤ ਕਹਾਂ ਨਹੀਂ। ਕਹਿੰਦੇ ਆ ਬਾਰੀ ਆ ਪਿਆਰਿਆ, ਇਹ ਭਾਰੀ ਪਰਮਾਤਮਾ ਨੂੰ ਮਿਲਣ ਦੀ ਬਾਰੀ ਆ ਪਿਆਰਿਆ, ਤੂੰ ਸਿਮਰਨ ਕਿਉਂ ਨਹੀਂ ਕਰ ਰਿਹਾ? ਮਾਲਕ ਨੂੰ ਕਿਉਂ ਨਹੀਂ ਸਿਮਰਨ ਕਰ ਰਿਹਾ? ਮਾਲਕ ਨੂੰ ਕਿਉਂ ਨਹੀਂ ਯਾਦ ਕਰ ਰਿਹਾ? ਸੋਠ ਮਹੱਲਾ 9। ਮਨ ਰੇ ਕੌਣ ਕੁਮਤ ਤੈ ਲੀਨੀ। ਹੇ ਮੇਰੇ ਮਾਲਕਾ, ਦੇਖੋ ਕਿਸ ਤਰ੍ਹਾਂ ਜਿਹੜਾ ਹੈਗਾ ਐਸਾ ਗਿਆਨ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਦੇ ਰਿਹਾ, ਆਪਣੇ ਮਨ ਨੂੰ ਐਡਰੈਸ ਕਰ ਰਿਹਾ ਔਰ ਕਹਿ ਰਿਹਾ ਕਿ ਕਿਹੜੀ ਭੈੜੀ ਮੱਤ ਤੂੰ ਲਈ ਹੋਈ ਹੈ, ਕਿਹੜੀ ਭੈੜੀ ਮੱਤ ਲਈ ਹੋਈ ਹੈ। ਮਨ ਰੇ ਕੌਣ ਕੁਮਤ ਤੈ ਲੀਨੀ, ਤੂੰ ਕਿਹੜੀ ਮੱਤ ਲਈ ਹੈ ਭਾਈ, ਕਿਹੜੀ ਭੈੜੀ ਮੱਤ ਤੂੰ ਲਈ ਹੋਈ ਹੈ। ਕੀ ਹੈ ਭਾਈ ਭੈੜੀ ਮੱਤ ਕੀ ਹੈ? ਪਰਧਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੀ ਰਾਹੋ। ਕਹਿੰਦੇ ਤੂੰ ਸਿਰਫ ਜਿਹੜਾ ਹੈਗਾ ਪਰਾਈ ਇਸਤਰੀ ਜਾਂ ਪਰਾਇਆ ਮਰਦ ਤੇ ਨਿੰਦਿਆ, ਇਹਨਾਂ ਦੇ ਇਹ ਰਸਾਂ ਦੇ ਵਿੱਚ ਹੀ ਜਿਹੜਾ ਹੈਗਾ ਦੁਨਿਆਵੀ ਜਿਹੜੇ ਹੈਗੇ ਰਚਿਆ ਪਿਆ ਹੈ ਪੂਰੀਆਂ। ਪਰਧਾਰਾ ਨਿੰਦਿਆ ਰਸ ਰਚਿਓ, ਇਹਦੇ ਵਿੱਚ ਫਸਿਆ ਪਿਆ ਪਰਾਏ ਪਰ ਇਸਤਰੀ ਔਰ ਜਿਹੜਾ ਹੈਗਾ ਨਿੰਦਿਆ ਦੇ ਰਸ, ਕਿਸੇ ਨੂੰ ਵਡਿਆਤਾ, ਕਿਸੇ ਨੂੰ ਜਿਹੜਾ ਛੁਟਿਆਤਾ, ਬਸ। ਪਰਧਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੀ, ਔਰ ਪਰਮੇਸ਼ਰ ਦੀ ਰਾਮ ਦੀ ਭਗਤੀ ਨਹੀਂ ਕੀਤੀ ਤੂੰ। ਇਹ ਕਿਹੜੀ ਕੁਮਤ ਲਈ ਹੋਈ ਹੈ? ਔਰ ਇਨਸਾਨ ਛੱਡਦਾ ਵੀ ਨਹੀਂ ਹੈ, ਉਹਨੂੰ ਪਤਾ ਹੀ ਨਹੀਂ ਲੱਗਦਾ। ਐਸੀ ਸਿਚੁਏਸ਼ਨ ਆ ਜਾਂਦੀ ਹੈ, ਇਨਸਾਨ ਜਿਹੜਾ ਹੈ ਨਹੀਂ, ਉਹਦੀ ਸੋਚ ਜਿਹੜੀ ਹੈਗੀ ਨਹੀਂ ਕੰਮ ਕਰਦੀ ਪਾਈ, ਨਹੀਂ ਨਿਕਲ ਸਕਦੀ, ਉਹਨੂੰ ਉਹੀ ਚੰਗਾ ਲੱਗਦਾ ਹੈ। ਦੂਸਰੇ ਨੂੰ ਜਿਹੜਾ ਹਰਟ ਕਰਨਾ, ਦੂਸਰੇ ਦੀ ਨਿੰਦਿਆ ਕਰਨੀ, ਦੂਸਰੇ ਦਾ ਦਿਲ, ਉਹ ਜਿਹੜਾ ਹੈਗਾ ਉਹਦਾ ਰੂਟੀਨ ਹੋ ਜਾਂਦਾ ਹੈ, ਨਹੀਂ ਨਿਕਲ ਸਕਦਾ ਉਹ। ਮਨ ਰੇ ਕੌਣ ਕੁਮਤ ਤੈ ਲੀਨੀ, ਪਰਧਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੀ। ਭਗਤੀ ਕਰਦਾ ਹੀ ਨਹੀਂ ਹੈ, ਧਿਆਨ ਦੇ ਵਿੱਚ ਬੈਠਦਾ ਹੀ ਨਹੀਂ ਹੈ। ਰਹਾਓ ਮੁਕਤ ਪੰਥ ਜਾਣਿਓ ਤੈ ਨਾਹਿਨ, ਧਨ ਜੋਰਨ ਕੋ ਧਾਇਆ। ਕਹਿੰਦੇ ਮੁਕਤੀ ਦਾ ਰਸਤਾ ਤਾਂ ਤੂੰ ਜਾਣਿਆ ਹੀ ਨਹੀਂ ਹੈ। ਮੁਕਤ ਪੰਥ ਰਸਤਾ ਜਾਣਿਓ ਤੈ ਨਾਹਿਨ, ਤੂੰ ਨਹੀਂ ਜਾਣਿਆ। ਧਨ ਜੋਰਨ ਕੋ ਧਾਇਆ, ਧਨ ਜੋਰਨ ਵਾਸਤੇ ਤੂੰ ਬੜਾ ਜਿਹੜਾ 24/7 ਜਿਹੜਾ ਹੈਗਾ ਬੜਾ ਉਪਰਾਲਾ ਕਰਦਾ ਹੈ, ਦੌੜ ਕੇ ਕਰਦਾ ਹੈ, ਦੌੜਦਾ ਹੀ ਰਹਿਣਾ ਹੈ। ਅੰਤ ਸੰਗ ਕਾਹੂ ਨਹੀਂ ਦੀਨਾ, ਬਿਰਥਾ ਆਪ ਬੰਦਾਇਆ। ਕਹਿੰਦੇ ਇਹਦੇ ਵਿੱਚੋਂ ਜਿਹੜਾ ਹੈਗਾ ਆਖੀਰ ਦੇ ਵਿੱਚ ਤੈਨੂੰ ਕਿਸੇ ਨੇ ਵੀ ਫਾਇਦਾ ਨਹੀਂ ਕੀਤਾ, ਕਿਸੇ ਨੇ ਕੋਈ ਤੇਰੇ ਸਾਥ ਨਹੀਂ ਨਿਭਿਆ। ਤੂੰ ਤਾਂ ਆਪਣੇ ਆਪ ਨੂੰ ਔਰ ਜਿਹੜਾ ਪੂਰਾ ਜਿਹੜਾ ਹੈਗਾ ਇਹਦੇ ਵਿੱਚ ਐਸੇ ਸੰਸਕਾਰ ਪੈਦਾ ਕਰ ਲਏ, ਤੂੰ ਇਹ ਲੀਹਾਂ ਐਸੀਆਂ ਬਣਾ ਲੀਆਂ ਕਿ ਅਗਲੇ ਜਨਮ ਦੇ ਵਿੱਚ ਵੀ ਇਹਨਾਂ ਨੂੰ ਜਿਹੜਾ ਹੈਗਾ ਇਹ ਲੀਹਾਂ ਦੇ ਵਿੱਚ ਹੀ ਗਤੀ ਕਰੇਗਾ। ਅੰਤ ਸੰਗ ਕਾਹੂ ਨਹੀਂ ਦੀਨਾ, ਬਿਰਥਾ ਆਪ ਬੰਧਾਇਆ। ਨਾ ਹਰ ਭਜਿਓ, ਨਾ ਗੁਰਜਨ ਸੇਵਿਓ, ਨਹਿ ਉਪਜਿਓ ਕਛ ਗਿਆਨਾ। ਨਾ ਹੀ ਤੂੰ ਪਰਮਾਤਮਾ ਨੂੰ ਯਾਦ ਕੀਤਾ, ਪਰਮਾਤਮਾ ਦਾ ਭਜਨ ਕੀਤਾ, ਨਾ ਹੀ ਤੂੰ ਜਿਹੜਾ ਹੈਗਾ ਗੁਰੂ ਜਨ ਉਹਨਾਂ ਦੀ ਸੇਵਾ ਕੀਤੀ। ਗੁਰੂ ਜਨਾਂ ਦੀ ਸੇਵਾ ਕੀ ਬਈ ਘੱਟ ਤੋਂ ਘੱਟ ਤੈਨੂੰ ਪਤਾ ਲੱਗ ਜਾਂਦਾ, ਤੇਰੇ ਅੰਦਰ ਕੋਈ ਗਿਆਨ ਪੈਦਾ ਹੋ ਜਾਂਦਾ। ਗੁਰੂ ਜਨਾਂ ਦੀ ਸੇਵਾ ਆਪਾਂ ਕੀ ਕਰ ਰਹੇ ਹਾਂ? ਆਪਾਂ ਗੁਰੂਆਂ ਦੀ ਸੇਵਾ ਕਰ ਰਹੇ ਹਾਂ ਭਾਈ, ਉਹਨਾਂ ਤੋਂ ਗਿਆਨ ਲੈ ਰਹੇ ਹਾਂ। ਆਹੀ ਸੇਵਾ ਹੈ ਗੁਰੂਆਂ ਦੀ, ਆਹੀ ਸੇਵਾ ਹੈ। ਨਾ ਹਰ ਭਜਿਓ, ਨਾ ਗੁਰਜਨ ਸੇਵਿਓ, ਨਾ ਉਪਜਿਓ ਕਛ ਗਿਆਨਾ। ਤੇਰੇ ਅੰਦਰ ਤਾਂ ਕੋਈ ਗਿਆਨ ਪੈਦਾ ਹੀ ਨਹੀਂ ਹੋਇਆ, ਤੇਰੇ ਅੰਦਰ ਤਾਂ ਕੋਈ ਜਿਹੜੀ ਹੈਗੀ ਤੇਰੇ ਅੰਦਰ ਕੋਈ ਤੈਨੂੰ ਖਿੱਚ ਹੀ ਨਹੀਂ ਬਣੀ ਬਈ ਤੇਰੇ ਅੰਦਰ ਤੈਨੂੰ ਪਤਾ ਹੀ ਨਹੀਂ ਲੱਗਿਆ ਬਈ ਤੂੰ ਜਿਹੜਾ ਹੈਗਾ ਜਿਹੜਾ ਹੈਗਾ ਤੇਰੇ ਥੱਲੋਂ ਪੌੜੀ ਖਿਸਕਣ ਵਾਲੀ ਹੈ, ਤੇਰਾ ਸਮਾਂ ਜਿਹੜਾ ਹੈਗਾ ਖਤਮ ਹੋਣ ਵਾਲਾ ਹੈ। ਔਰ ਨਾ ਤੈਨੂੰ ਇਹ ਪਤਾ ਲੱਗਿਆ ਵੀ ਆਹ ਸਾਰੀ ਜੋ ਕੁਛ ਵੀ ਹੈਗਾ ਤੇਰੇ, ਜਿੱਥੇ ਤੂੰ ਜੋ ਕੁਛ ਖੱਟੀ ਕਰ ਰਿਹਾ, ਜਿੱਧਰ ਤੂੰ ਸਵਾਸ ਲਗਾ ਰਿਹਾ ਹੈ, ਇਹਨਾਂ ਦੇ ਵਿੱਚੋਂ ਕੋਈ ਵੀ ਚੀਜ਼ ਤੇਰੇ ਨਾਲ ਜਾਣ ਵਾਲੀ ਨਹੀਂ ਹੈ। ਆਹ ਗਿਆਨ ਤੇਰੇ ਅੰਦਰ ਪੈਦਾ ਹੀ ਨਹੀਂ ਹੋਇਆ। ਨਾ ਹਰ ਭਜਿਓ, ਨਾ ਗੁਰਜਨ ਸੇਵਿਓ, ਨਾ ਉਪਜਿਓ ਕਛ ਗਿਆਨਾ। ਘਟੀ ਮਾਹੇ ਨਿਰੰਜਨ तेरा, तैं खोजत उद्याना। और दूसरी चीज़
ਉਹ ਮਾਲਕ ਪਰਮਾਤਮਾ ਤੇਰੇ ਘਟ ਦੇ ਅੰਦਰ ਹੀ, ਤੇਰੇ ਸਰੀਰ ਦੇ ਅੰਦਰ ਹੀ, ਤੇਰੇ ਹਿਰਦੇ ਦੇ ਵਿੱਚ ਮਾਲਕ ਬੈਠਾ ਹੋਇਆ। ਉਹ ਨਿਰਅੰਜਨ ਮਾਇਆ ਤੋਂ ਰਹਿਤ ਤੇਰੀ ਆਤਮਾ। ਤੂੰ ਜਿਹੜਾ ਹੈਗਾ ਬਾਹਰ ਖੋਜਦਾ ਹੈ ਜਾ ਕੇ, ਪਹਾੜਾਂ ਦੇ ਉੱਤੇ ਜਾ ਕੇ, ਮੰਦਰਾਂ ਦੇ ਵਿੱਚ, ਗੁਰਦੁਆਰਿਆਂ ਦੇ ਵਿੱਚ, ਮਸਜਿਦਾਂ ਦੇ ਵਿੱਚ, ਕਿੱਥੇ ਕਿੱਥੇ ਜਾਣਾ ਫਿਰਦਾ ਹੈ। ਘਟੀ ਮਾਹੇ ਨਿਰੰਜਨ ਤੇਰਾ ਤੈਂ ਖੋਜਤ ਉਧਿਆਨਾ। ਆਖਰੀ ਦੇਖੋ, ਆਖਰੀ ਜਿਹੜੇ ਹੈਗੇ ਮਹੱਲੇ, ਉਹਨਾਂ ਦਾ ਗਿਆਨ ਹੈਗਾ ਭਾਈ। ਘਟੀ ਮਾਹੇ ਨਿਰੰਜਨ ਤੇਰਾ ਤੈਂ ਖੋਜਤ ਉਧਿਆਨਾ। ਬਹੁਤ ਜਨਮ ਪਰਮਤ ਤੈਂ ਹਾਰਿਓ ਅਸਥਿਰ ਮਤ ਨਹੀਂ ਪਾਈ। ਕਹਿੰਦੇ ਬਸ ਇਸੇ ਤਰ੍ਹਾਂ ਮਾਇਆ ਦੇ ਵਿੱਚ ਭਟਕਦੇ ਭਟਕਦੇ ਬਥੇਰੇ ਜਨਮ ਹੋ ਗਏ, ਬਥੇਰੇ ਵਾਰੀ ਜਿਹੜਾ ਹੈਗਾ ਤੂੰ ਮਨੁੱਖਾ ਸਰੀਰ ਲਿਆ ਆ ਔਰ ਹਾਰਿਆ ਆ, ਔਰ ਅਸਥਿਰ ਮਤ ਨਹੀਂ ਪਾਈ। ਤੈਨੂੰ ਸਥਿਰ ਜਿਹੜੀ ਹੈ ਮਤ ਕਰ, ਸਥਿਰ ਕਰਨ ਵਾਲੀ ਮਤ ਤੇਰੇ ਕੋਲ ਸਹੀ ਜਿਹੜੀ ਭਗਤੀ ਕਰਨੀ, ਉਹ ਆਪਣੇ ਵਿਚਾਰ ਬੰਦ ਕਰਨੇ, ਉਹ ਤੇ ਨਹੀਂ ਤੈਨੂੰ ਮਿਲੀ, ਉਹ ਤੂੰ ਲਈ ਨਹੀਂ ਹੈ। ਬਹੁਤ ਜਨਮ ਭਰਮਤ ਤੈਂ ਹਾਰਿਓ ਅਸਥਿਰ ਮਤ ਨਹੀਂ ਪਾਈ। ਮਾਨਸ ਦੇ ਪਾਏ ਪਦ ਹਰ ਭਜ ਨਾਨਕ ਬਾਤ ਬਤਾਏ। ਮੇਰੀ ਇੱਕ ਗੱਲ ਸੁਣ ਲਾ ਪਿਆਰਿਆ, ਇਹ ਮਨੁੱਖਾ ਸਰੀਰ ਇਹ ਮਿਲੀ ਆ ਉਸ ਮਾਲਕ ਪਰਮਾਤਮਾ ਨੂੰ ਮਿਲਣ ਦੇ ਵਾਸਤੇ। ਮਾਨਸ ਦੇ ਪਾਏ ਪਦ ਹਰ ਭਜ, ਇਸ ਵਾਸਤੇ ਮਿਲੀ ਹੈ ਭਾਈ ਮਨੁੱਖਾ ਸਰੀਰ, ਪਰਮਾਤਮਾ ਦੇ ਭਜਨ ਦੇ ਵਾਸਤੇ। ਮਾਨਸ ਦੇ ਪਾਏ ਪਦ ਹਰ ਭਜ, ਇਸ ਵਾਸਤੇ ਨਾਨਕ ਬਾਤ ਬਤਾਈ। ਆ ਜਿਹੜੀ ਹੈਗੀ ਮੇਰੇ ਗੁਰੂ ਨੇ ਤਾਂ ਮੈਨੂੰ ਆਹ ਗੱਲ ਦੱਸੀ ਹੈ ਭਾਈ। ਸੋਰਠ ਮਹਲਾ ਨਵਾਂ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਹੇ ਮੇਰੇ ਮਨਾ, ਉਹ ਮਾਲਕ ਪਰਮਾਤਮਾ ਦੀ ਸ਼ਰਨ ਦੇ ਵਿੱਚ ਜਾ, ਵਿਚਾਰ ਕਰ, ਵਿਚਾਰ ਮਾਲਕ ਪਰਮਾਤਮਾ ਨੂੰ ਖਸਮਾਨਾ ਕਰ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਹੇ ਮੇਰੇ ਮਨਾ, ਉਹ ਮਾਲਕ ਪਰਮਾਤਮਾ ਨੂੰ ਲਿਆ ਆਪਣੇ ਜੀਵਨ ਦੇ ਵਿੱਚ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਵਿਚਾਰ। ਜਹ ਸਿਮਰਤ ਗਨ ਕਾ ਸੀ ਉਧਰੀ ਤਾਕੋ ਜਸ ਔਰ ਤਾਰੋ। ਦੇਖ ਗਨਕਾ ਜਿਹੜੀ ਹੈਗੀ, ਪ੍ਰਸਟੂਟ ਜਿਹੜੀ ਹੈਗੀ ਆ, ਦੇਖ ਉਸ ਮਾਲਕ ਪਰਮਾਤਮਾ ਨੂੰ ਆਪਣੇ ਜੀਵਨ 'ਚ ਲੈ ਕੇ ਆ ਗਈ, ਆਪਣੇ ਧਿਆਨ 'ਚ, ਤੇ ਉਧਰ ਗਈ। ਜੇ ਸਿਮਰਤ, ਉਹਨੂੰ ਸਮਰਨ ਕਰਨ ਦੇ ਨਾਲ, ਖਾਲੀ ਮਾਲਕ ਨੂੰ ਆਪਣੇ ਅੰਦਰ ਲੈ ਕੇ ਆਉਣ ਦੇ ਨਾਲ, ਮਾਲਕ ਨੂੰ ਆਪਣੇ ਅੰਦਰ, ਆਪਣੇ ਵਿਚਾਰਾਂ 'ਚ ਮਾਲਕ ਨੂੰ ਲੈ ਕੇ ਆਉਣ ਦੇ ਨਾਲ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਆਇਆ ਸ਼ਰਨ ਮਾਲਕ ਦੀ, ਉਹਨੂੰ ਵਿਚਾਰਾਂ 'ਚ ਲੈ ਕੇ ਆਉਣਾ। ਜੈ ਸਿਮਰਤ ਗਨ ਕਾ ਸੀ ਉਦਰੀ ਤਾਕੋ ਜਸ ਔਰ ਧਾਰੋ। ਉਹਦਾ ਜਸ ਆਪਣੇ ਉਰ 'ਚ ਲੈ ਕੇ ਆ, ਧਿਆਨ ਸਿਮਰਨ, ਮਾਲਕ ਦੀ ਬੰਦਗੀ ਕਰ, ਰਹਾਓ। ਅਟਲ ਭਇਓ ਧਰੂ, ਅਟਲ ਭਇਓ ਤੂੰ ਜਾ ਕੇ ਸਿਮਰਨ ਔਰ ਨਿਰਭੈ ਪਦ ਪਾਇਆ। ਦੇਖ ਧਰੂ ਜਿਹੜਾ ਛੋਟਾ ਜਿਹਾ ਬੱਚਾ ਜਿਹੜਾ ਹੈਗਾ, ਉਹ ਮਾਲਕ ਨੂੰ ਆਪਣੇ ਵਿਚਾਰਾਂ 'ਚ ਲੈ ਕੇ ਆਉਣ ਦੇ ਨਾਲ, ਉਹਨੂੰ ਸਮਰਨ ਕਰਨ ਦੇ ਨਾਲ ਨਿਰਭੈ ਪਦ ਪਾ ਲਿਆ ਭਾਈ, ਅਟਲ ਹੋ ਗਿਆ। ਦੁੱਖ ਹਰਤਾ ਹੈ ਬਿਦ ਕੋ ਸੁਆਮੀ ਤੈਂ ਕਾਹੇ ਬਿਸਰਾਇਆ। ਤੂੰ ਦੱਸ ਮੇਰੇ ਮਨਾ, ਤੂੰ ਕਿਉਂ ਉਹਨੂੰ ਮਾਲਕ ਨੂੰ ਭੁਲਾਇਆ ਹੋਇਆ ਹੈ? ਉਹ ਸਾਰੇ ਦੁੱਖ ਦੂਰ ਕਰਨ ਵਾਲਾ ਇਸ ਤਰ੍ਹਾਂ ਦਾ ਮਾਲਕ ਹੈਗਾ। ਦੁੱਖ ਹਰਤਾ ਹੈ ਬਿਦ ਕੋ ਸੁਆਮੀ, ਆ ਵਿਧੀ ਨਿਕਲਣ ਦਾ ਰਸਤਾ ਇਹ ਉਸੇ ਮਾਲਕ ਨੇ ਦਿੱਤਾ ਹੈ, ਉਸੇ ਨੇ ਬਣਾਇਆ ਹੈ। ਆ ਵਿਧੀ ਦਾ ਸੁਆਮੀ ਆ, ਉਹ ਬਾਹਰ ਕੱਢਣ ਵਾਲਾ ਹੈ ਤੈਨੂੰ, ਅਟਲ ਕਰਨ ਵਾਲਾ ਹੈ ਤੈਨੂੰ, ਉਧਾਰਨ ਵਾਲਾ ਹੈ ਸੰਸਾਰ ਸਮੁੰਦਰ ਤੋਂ। ਤੂੰ ਕਿਉਂ ਭੁਲਾਇਆ ਹੋਇਆ ਉਹਨੂੰ ਭਾਈ, ਤੂੰ ਕਿਉਂ ਭੁਲਾਇਆ ਹੋਇਆ? ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਵਿਚਾਰ ਲਾ, ਵਿਚਾਰ ਲਾ, ਹਾਲੇ ਵੀ ਆਪਸ਼ਨ ਹੈਗਾ, ਹਾਲੇ ਵੀ ਸਮਾਂ ਹੈਗਾ। ਜਬ ਹੀ ਸ਼ਰਨ ਗਹੀ ਕਿਰਪਾ ਨਿਧ ਗਜ ਗਰਾਹ ਤੇ ਛੂਟਾ। ਔਰ ਉਹ ਜਿਹੜਾ ਹੈਗਾ ਗਜ ਸੀਗਾ, ਜਿਹੜਾ ਗੰਧਰਵ ਸੀਗਾ, ਜਿਹੜਾ ਹਾਥੀ ਦੀ ਜੂਨ ਸੀ, ਜਿਹੜਾ ਤੇਂਦੂਏ ਨੇ ਫੜ ਲਿਆ ਸੀਗਾ, ਕਹਿੰਦੇ ਉਹ ਗਰਾਸ ਤੋਂ ਛੁੱਟ ਗਿਆ ਭਾਈ। ਔਰ ਐਕਚੁਅਲੀ ਕੀ ਆਪਾਂ ਨੂੰ ਆਹ ਮਾਇਆ ਨੇ ਫੜਿਆ ਹੈ, ਸਰਾਲ ਨੇ ਫੜਿਆ ਹੋਇਆ ਆਪਾਂ ਨੂੰ, ਆਪਾਂ ਵੀ ਛੁੱਟ ਸਕਦੇ ਹਾਂ, ਆਪਾਂ ਵੀ ਛੁੱਟ ਸਕਦੇ ਹਾਂ, ਆਪਾਂ ਵੀ ਫੜੇ ਹੋਏ ਹਾਂ। ਦੇਖ ਲਓ ਬੰਧਨ, ਐਸੇ ਬੰਧਨ ਆ ਮਾਇਆ ਦੇ, ਬਿਲਕੁਲ ਆਪਾਂ ਇਹ ਗਜ ਗਰਾਹ ਜਿਹੜੇ ਆ ਆਪਾਂ ਹੀ ਹੈਗੇ ਆ ਭਾਈ। ਜਬ ਹੀ ਸ਼ਰਨ ਗਹੀ ਕਿਰਪਾ ਨਿਧ ਗਜ ਗਰਾਹ ਤੇ ਛੂਟਾ। ਮਹਿਮਾ ਨਾਮ ਕਹਾਂ ਲੋ ਬਰਨੋ ਰਾਮ ਕਹਿਤ ਬੰਧਨ ਤੇ ਟੂਟਾ। ਕਹਿੰਦੇ ਪਰਮੇਸ਼ਰ ਦੇ ਨਾਮ ਦੀ ਮਹਿਮਾ ਕਿੱਥੇ ਤੱਕ ਮੈਂ ਦੱਸਾਂ, ਕਿੱਥੇ ਤੱਕ ਮੈਂ ਦੱਸਾਂ? ਪਰਮੇਸ਼ਰ ਨੂੰ ਯਾਦ ਕਰਨ ਦੇ ਨਾਲ ਭਾਈ, ਮਾਲਕ ਨੂੰ ਯਾਦ ਕਰਨ ਦੇ ਨਾਲ ਇਹ ਸਾਰੇ ਬੰਧਨਾਂ ਤੋਂ ਛੁੱਟ ਜਾਂਦਾ ਇਨਸਾਨ।
ਮਾਲਕ ਦੀ ਯਾਦ ਆਹੀ ਹੈ ਭਾਈ, ਧਿਆਨ ਆਹੀ ਹੈ, ਨਾਮ ਜਪਣਾ ਸਮਰਨ ਕਰਨਾ, ਸਿਮਰਨਾ, ਧਿਆਉਣਾ। ਬਸ ਮਾਲਕ ਨੂੰ ਆਪਣੇ ਵਿਚਾਰਾਂ 'ਚ, ਮਾਲਕ ਨੂੰ ਆਪਣੇ ਅੰਦਰ, ਮਾਲਕ ਦੀ ਯਾਦ ਜਿਹੜੀ ਹੈਗੀ ਲੈ ਕੇ ਆਉਣੀ। ਮਹਿਮਾ ਨਾਮ ਕਹਾਂ ਲੋ ਵਰਨੋ, ਆਹੀ ਨਾਮ ਹੈਗਾ। ਐਸੇ ਤਰੀਕੇ ਦੇ ਨਾਲ ਆਪਾਂ ਨੇ ਛੁੱਟ ਜਾਣਾ ਹੈ, ਐਸੇ ਨਾਲ ਦਰ ਖੁੱਲ੍ਹ ਜਾਣਾ, ਐਸੇ ਨਾਲ ਅੰਮ੍ਰਿਤ ਆ ਜਾਣਾ। ਮਹਿਮਾ ਨਾਮ ਕਹਾਂ ਲੋ ਵਰਨੋ, ਰਾਮ ਕਹਿਤ ਬੰਧਨ ਤੇ ਟੂਟਾ। ਹੋਰ ਐਗਜ਼ਾਮਪਲ ਦੇ ਰਹੇ ਆ, ਅਜਾਮਲ ਪਾਪੀ ਜਗ ਜਾਣੈ, ਨਿਮਕ ਮਾਹੇ ਨਿਸਤਾਰਾ। ਅਜਾਮਲ ਪਾਪੀ ਜਿਹੜਾ ਸੀਗਾ, ਕਹਿੰਦੇ ਉਹਨੂੰ ਜਗ ਜਾਣਦਾ ਹੈ ਅਜਾਮਲ ਨੂੰ। ਕਿੰਨੇ ਪਾਪ ਕਮਾਉਂਦਾ ਸੀਗਾ ਉਹ, ਜਗ ਜ਼ਾਹਿਰ ਹੈਗਾ। ਉਹ ਨਿਮਕ ਦੇ ਵਿੱਚ ਜਿਹੜਾ ਹੈਗਾ ਉਹਦਾ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋ ਗਿਆ ਜਦੋਂ ਰਾਮ ਨੂੰ, ਨਾਰਾਇਣ ਨੂੰ ਆਪਣੇ ਜੀਵਨ ਦੇ ਵਿੱਚ ਲੈ ਕੇ ਆਇਆ। ਅਜਾਮਲ ਪਾਪੀ ਜਗ ਜਾਣੈ, ਨਿਮਕ ਮਾਹੇ ਨਿਸਤਾਰਾ। ਉਹ ਕਹਿੰਦੇ ਜੀ ਉਹਦੇ ਨਾਰਾਇਣ ਉਹਦੇ ਮੁੰਡੇ ਦਾ ਨਾਮ ਸੀਗਾ, ਮੁੰਡੇ ਦਾ ਨਾਮ ਬੋਲਦੇ ਮਾਲਕ ਵੱਲ ਨਹੀਂ ਪਾਏ, ਨਹੀਂ, ਮਾਲਕ ਪਰਮਾਤਮਾ ਨੂੰ ਯਾਦ ਕੀਤਾ ਉਹਨੇ, ਮਾਲਕ ਨੂੰ, ਮਾਲਕ ਦੇ ਕੋਲ ਪੁਕਾਰ ਕੀਤੀ ਹੈ। ਅਜਾਮਲ ਪਾਪੀ ਜਗ ਜਾਣੈ, ਨਿਮਕ ਮਾਹੇ ਨਿਸਤਾਰਾ। ਨਾਨਕ ਕਹਿਤ ਚੇਤ ਚਿੰਤਾ ਮਨ, ਤੈਂ ਵੀ ਉਤਨੇ ਭਾਰਾ। ਉਹ ਪਿਆਰਿਆ, ਉਹ ਚਿੰਤਾ ਦੀ ਮਣੀ, ਉਹ ਮਾਲਕ ਪਰਮਾਤਮਾ ਨੂੰ ਚੇਤਲਾ ਪਿਆਰਿਆ, ਚੇਤਲਾ ਤੇਰੀਆਂ ਸਾਰੀਆਂ ਇੱਛਾਵਾਂ ਜਿਹੜੀਆਂ ਜਿੱਥੇ ਤੂੰ ਫਸਿਆ ਬੈਠਾ ਹੈ, ਇਹ ਤਾਂ ਕੁਛ ਵੀ ਨਹੀਂ ਹੈਗੀਆਂ, ਕੁਛ ਵੀ ਨਹੀਂ ਹੈ। ਉਸ ਮਾਲਕ ਪਰਮਾਤਮਾ ਦੀ ਬਣਾਇਆ ਹੋਇਆ ਧਾਨਿਆ, ਸਾਰੇ ਜੋ ਆਕਾਰ ਆ, ਸਾਰਾ ਜਿੱਥੇ ਵੀ ਤੇਰੀ ਡਿਮਾਂਡ ਹੈ, ਸਾਰੀਆਂ ਉਸ ਮਾਲਕ ਪਰਮਾਤਮਾ ਦੀਆਂ ਜਿਹੜੀਆਂ ਹੈਗੀਆਂ, ਮਾਇਆ ਛਲ ਦੇ ਨਾਲ ਧੋਖਾ ਹੈ, ਟਰੈਪ ਹੈਗਾ। ਨਾਨਕ ਕਹਿਤ ਚੇਤ ਚਿੰਤਾ ਮਨ, ਤੈਂ ਵੀ ਉਤਰੇ ਪਾਰਾ। ਤੂੰ ਵੀ ਸੰਸਾਰ ਸਮੁੰਦਰ ਤੋਂ ਪਾਰ ਉਤਰ ਸਕਦਾ ਹੈ ਪਿਆਰਿਆ। ਸੋਰਠ ਮਹੱਲਾ 9ਵਾਂ। ਪ੍ਰਾਣੀ ਕੌਣ ਉਪਾਉ ਕਰੈ, ਜਾਤੇ ਭਗਤ ਰਾਮ ਕੀ ਭਾਵੈ, ਜਮ ਕੋ ਤਰਾਸ ਹਰੈ ਰਹਾਓ। ਆ ਲਿਖੋ ਸ਼ਿਫਟਿੰਗ। ਕਹਿੰਦੇ ਕੀ ਉਪਾਉ ਕਰੇ ਇਨਸਾਨ, ਪ੍ਰਾਣੀ ਕੌਣ ਉਪਾਉ ਕਰੈ, ਜਾਤੇ ਭਗਤ ਰਾਮ ਕੀ ਭਾਵੈ। ਦੇਖੋ ਕੀ ਕਹਿ ਰਹੇ ਆ, ਭਗਤੀ ਰਾਮ ਦੀ ਪਾਏ, ਭਗਤੀ ਰਾਮ ਦੀ ਪਾਏ, ਔਰ ਜਮ ਦੀ ਤਰਾਸ ਖਤਮ ਹੋ ਜਾਏ। ਜਮ ਜਿਹੜਾ ਸਰਾਲ ਜਿਹੜਾ ਹੈਗਾ, ਉਹ ਜਿਹੜਾ ਹੈਗਾ ਨਾ ਉਹਨੂੰ ਗ੍ਰਸਤ ਪਾਏ, ਔਰ ਜੀਵਨ ਸਫਲ ਹੋ ਜਾਏ, ਉਹਦਾ ਯਾਤਰਾ ਪੂਰੀ ਹੋ ਜਾਏ। ਕੀ ਕਰਨਾ ਚਾਹੀਦਾ ਇਨਸਾਨ ਨੂੰ, ਪ੍ਰਾਣੀ ਕੌਣ ਉਪਾਉ ਕਰੈ, ਜਾਤੇ ਭਗਤ ਰਾਮ ਕੀ ਭਾਵੈ, ਜਮ ਕੋ ਤਰਾਸ ਹਰੈ ਰਹਾਓ। ਦੇਖੋ ਕਿੰਨਾ ਸੋਲਿਡ ਕੁਐਸਚਨ ਹੈਗਾ, ਕਿੰਨਾ ਸੋਲਿਡ ਹੈ। ਮਹਾਰਾਜ ਕਹਿੰਦੇ ਕੀ ਕਰੀਏ, ਕਿਸ ਤਰੀਕੇ ਦੇ ਨਾਲ ਭਗਤੀ ਮਿਲੇ ਸਾਨੂੰ, ਕਿਸ ਤਰ੍ਹਾਂ ਆਪਾਂ ਧਿਆਨ ਸਿਮਰਨ ਕਰੀਏ, ਧਿਆਨ ਸਿਮਰਨ ਵੱਲ ਕਿਸ ਤਰ੍ਹਾਂ ਜਾ ਸਕਦੇ ਹਾਂ ਆਪਾਂ। ਰਹਾਓ ਕੌਣ ਕਰਮ, ਵਿਦਿਆ ਕਹੋ ਕੈਸੀ, ਧਰਮ ਕੌਣ ਫੁਨ ਕਰੀ। ਕਹਿੰਦੇ ਕਿਹੜਾ ਕਰਮ ਭਾਈ, ਇੰਨੇ ਕਰਮ ਆ, ਕੋਈ ਕੁਛ ਕਹਿ ਰਿਹਾ, ਕੋਈ ਕੁਛ ਕਹਿ ਰਿਹਾ, ਕੋਈ ਕੁਛ ਕਹਿ ਰਿਹਾ, ਕੋਈ ਕਿੱਥੇ ਲਾ ਰਿਹਾ, ਕੋਈ ਕਿੱਥੇ ਲਾ ਰਿਹਾ, ਸਾਰੇ ਮਹਾਂਪੁਰਖ ਹੈਗੇ। ਕੌਣ ਕਰਮ ਵਿਦਿਆ ਕਹੋ ਕੈਸੀ, ਕਿਹੜਾ ਗਿਆਨ ਹੈਗਾ ਭਾਈ। ਧਰਮ ਕੌਣ ਫੁਨ ਕਰੀ, ਕਿਹੜਾ ਧਰਮ ਕਰਨਾ ਹੈ, ਕਿਹੜਾ ਧਰਮ ਕਰਨਾ ਹੈ ਭਾਈ। ਕੌਣ ਨਾਮ ਗੁਰ ਜਾ ਕੇ ਸਿਮਰੈ, ਭਉ ਸਾਗਰ ਕੋ ਤਰੀ। ਕਹਿੰਦੇ ਕਿਹੜਾ ਨਾਮ ਹੈ ਭਾਈ, ਕਿਹੜਾ ਗੁਰ ਹੈਗਾ, ਕਿਹੜਾ ਗੁਰੂ ਹੈਗਾ। ਕੌਣ ਨਾਮ ਗੁਰ ਜਾ ਕੇ ਸਿਮਰੈ, ਜਿਹਦੇ ਸਿਮਰਨ ਕਰਨ ਦੇ ਨਾਲ ਕਿਹੜਾ ਗੁਰੂ ਦਾ ਗਿਆਨ ਹੈਗਾ। ਭਉ ਸਾਗਰ ਕੋ ਤਰੀ, ਇਹ ਸੰਸਾਰ ਸਮੁੰਦਰ ਜਿਹੜਾ ਪਾਇਆ ਹੈ ਮਾਲਕ ਨੇ ਵਿਚਾਰਾਂ ਦਾ, ਇਸ ਨੂੰ ਤਰ ਜਾਏ। ਹੁਣ ਆਨਸਰ ਆ ਰਿਹਾ ਭਾਈ, ਚੌਕਸ ਹੋ ਕੇ ਸੁਣ ਲਈਏ। ਕਲਮੇ ਏਕ ਨਾਮ ਕਿਰਪਾ ਨਿਧ, ਜਾਹੇ ਜਪੇ ਗਤ ਭਾਵੈ। ਬਸ ਕਲਯੁਗ ਦੇ ਵਿੱਚ ਉਹ ਮਾਲਕ ਪਰਮਾਤਮਾ ਦਾ ਹੀ ਨਾਮ ਹੈਗਾ ਭਾਈ। ਮਾਲਕ ਨੂੰ ਹੀ ਉਹਨੂੰ ਹੀ ਧਿਆਨ ਕਰਨਾ ਪਊਗਾ, ਮਾਲਕ ਦਾ ਹੀ ਨਾਮ ਜਪਣਾ ਪਊਗਾ, ਮਾਲਕ ਨੂੰ ਹੀ ਸਮਰਨ ਕਰਨਾ ਪਊਗਾ। ਕੱਲ ਮੈਂ ਇਹ ਕਲਾ ਦਾ ਯੁੱਗ, ਭਾਵੇਂ ਜਿਹੜਾ ਹੈਗਾ ਸਤਯੁਗ ਹੈਗਾ, ਤ੍ਰੇਤਾ ਹੈ, ਦੁਆਪਰ ਹੈ, ਕਲਯੁਗ ਹੈ, ਸਾਰੇ ਕਲਾ ਦੇ ਯੁੱਗ ਹੈਗੇ। ਕੱਲ ਮੈਂ ਏਕ ਨਾਮ ਕਿਰਪਾ ਨਿਧ, ਉਹ ਕਿਰਪਾ ਦੇ ਖਜ਼ਾਨੇ ਮਾਲਕ ਪਰਮਾਤਮਾ ਦਾ, ਜਾਹੇ ਜਪੈ ਗਤ ਭਾਵੈ, ਜਿਸ ਦੇ ਜਪਣ ਦੇ ਨਾਲ ਉੱਚੀ ਅਵਸਥਾ ਹੋ ਜਾਂਦੀ ਹੈ ਇਨਸਾਨ ਦੀ, ਇਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ, ਭਵ ਸਾਗਰ ਨੂੰ ਤਰ ਲੈਂਦਾ ਹੈ। ਆਓ ਧਰਮ ਤਾਕੇ ਸਮ ਨਾਹਿਨ, ਇਹ ਵਿਦ ਬੇਦ ਬਤਾਵੈ। ਕਹਿੰਦੇ ਹੋਰ ਜਿਹੜੇ ਧਰਮ ਜਿਹੜੇ ਹੈਗੇ, ਧਰਮ ਦੇ ਨਾਮ ਦੇ, ਧਰਮ ਦੇ ਉੱਤੇ ਭਾਵੇਂ ਉਹਨਾਂ ਦੀ ਕੋਈ ਵੈਲਿਊ ਹੋ ਸਕਦੀ ਆ, ਪਰ ਭਾਈ ਨਾਮ ਦੇ ਬਰਾਬਰ ਨਹੀਂ ਹੈ, ਐਸ ਦੇ ਬਰਾਬਰ ਨਹੀਂ ਹੈਗੇ।
ਔਰ ਧਰਮ ਤਾਕੈ ਨਾਮ ਹੀ ਧਰਮਾਂ ਨੂੰ, ਨਾਮ ਹੀ ਕਰਮਾ। ਔਰ ਧਰਮ ਤਾਕੈ ਸਮ ਨਾਹਿਨ। ਵੀਰ ਜੀ ਧਰਮ ਮਹਾਰਾਜ ਤਾਂ ਕਹਿ ਰਹੇ ਆ ਭਾਈ, ਜਿਹੜੇ ਦੂਸਰੇ ਪਾਸੇ ਜਿਹੜੇ ਮਾਲਕ ਪਰਮਾਤਮਾ ਦੇ ਉਹਦੇ ਦੂਸਰੇ ਉਹਦੇ ਵਿੱਚ ਲੱਗੇ ਹੋਏ ਆ, ਉਹ ਵੀ ਤਾਂ ਵੀਰ ਜੀ ਉਹ ਤਾਂ ਆਪਣੇ ਵੱਲੋਂ ਤਾਂ ਸੱਚੀ ਸਮਝ ਰਹੇ, ਉਹਨਾਂ ਨੂੰ ਗਾਈਡੈਂਸ ਨਹੀਂ ਮਿਲੀ, ਉਹ ਤਾਂ ਆਪਣੇ ਵੱਲੋਂ ਤਾਂ ਸੱਚੇ ਆ ਨਾ ਵੀਰ ਜੀ। ਔਰ ਧਰਮ ਤਾਕੇ ਸਮ ਨਾਹਿਨ, ਕਹਿੰਦੇ ਉਹ ਉਹਦੇ ਮੁਕਾਬਲਾ ਨਹੀਂ ਕਰ ਸਕਦੇ ਭਾਈ। ਔਰ ਧਰਮ ਤਾਕੇ ਸਮ ਨਾਹਿਨ ਇਹ ਵੇਦ ਬਤਾਵੇ। ਆ ਵਿਧੀ ਆ ਜਿਹੜਾ ਹੈਗਾ ਨੁਕਤਾ, ਕਹਿੰਦੇ ਕੌਣ ਦੱਸਦਾ? ਗਿਆਨ ਦੱਸਦਾ ਹੈ ਭਾਈ। ਵੇਦ ਕਹਿੰਦੇ ਗਿਆਨ ਨੂੰ। ਇਹ ਵੇਦ ਬਤਾਵੇ ਸੁਖ ਦੁਖ ਰਹਿਤ ਸਦਾ ਨਿਰਲੇਪੀ ਜਾ ਕੋ ਕਹਿਤ ਗੁਸਾਈ। ਕਹਿੰਦੇ ਉਹ ਮਾਲਕ ਪਰਮਾਤਮਾ ਸੁੱਖਾਂ ਤੋਂ ਦੁੱਖਾਂ ਤੋਂ ਨਿਰਲੇਪ ਆ ਮਾਲਕ ਪਰਮਾਤਮਾ, ਜਿਹਨੂੰ ਗੁਸਾਈ ਕਹਿੰਦੇ ਆ, ਜਿਹੜਾ ਧਰਤੀ ਦਾ ਸਾਈਂ ਹੈਗਾ, ਸਾਰਿਆਂ ਦਾ ਸਾਈਂ ਹੈਗਾ। ਉਹ ਸੁੱਖ ਦੁੱਖ ਤੋਂ ਨਿਰਲੇਪ ਹੈਗਾ, ਉਹਦੇ ਅੰਦਰ ਵਿਚਾਰ ਨਹੀਂ ਹੈਗੇ। ਸੁੱਖ ਦੁੱਖ ਰਹਿਤ ਸਦਾ ਨਿਰਲੇਪੀ, ਹਮੇਸ਼ਾ ਹੀ ਨਿਰਲੇਪ ਰਹਿੰਦਾ ਹੈ। ਜਾ ਕੋ ਕਹਿਤ ਗੁਸਾਈ ਸੋ ਤੁਮ ਹੀ ਮੈਂ ਬਸੈ ਨਿਰੰਤਰ ਨਾਨਕ ਦਰਪਣ ਨਿਆਈ। ਦੇਖ ਲਾ ਪਿਆਰਿਆ, ਦੇਖ ਲਓ ਦਰਪਣ ਦੇ ਵਿੱਚ ਕੀ ਦਿਖਦਾ ਹੈ ਆਪਾਂ ਨੂੰ? ਆਪਣੀ ਸ਼ਕਲ ਦਿਸਦੀ ਹੈ, ਹਾਲਾਂਕਿ ਸ਼ਕਲ ਤਾਂ ਹੁੰਦੀ ਨਹੀਂ ਉੱਥੇ ਦਰਪਣ ਦੇ ਵਿੱਚ। ਇਸੇ ਤਰੀਕੇ ਦੇ ਨਾਲ ਉਹ ਮਾਲਕ ਪਰਮਾਤਮਾ ਆਪਣੇ ਅੰਦਰ ਹੈਗਾ, ਹਰੇਕ ਦੇ ਅੰਦਰ ਹੈਗਾ, ਹਰੇਕ ਦੇ ਅੰਦਰ ਨਿਰੰਤਰ ਲਗਾਤਾਰ ਹੈਗਾ। ਆਪਣੀ ਆਤਮਾ ਹਮੇਸ਼ਾ ਹੈਗੀ। ਸੋ ਤੁਮੀ ਮੈਂ ਬਸੈ ਨਿਰੰਤਰ ਨਾਨਕ ਦਰਪਣ ਨਿਆਈ। ਦਰਪਣ ਵਾਂਗੂ ਉਹ ਹਰੇਕ ਦੇ ਅੰਦਰ ਵਸ ਰਿਹਾ ਹੈ। ਬਿਲਕੁਲ ਕ੍ਰਿਸਟਲ ਕਲੀਅਰ ਦੇਖੋ ਦੱਸ ਦਿੱਤਾ ਮਹਾਰਾਜ ਨੇ ਭਾਈ ਕਿ परमेश्वर का नाम कल में एक नाम कृपा निध जाहे जपै गत पावै। इसे दे नाल उच्ची अवस्था प्राप्त होनी है भाई। इसे दे नाल विचार बंद होने हैं। मालक परमात्मा नूं अपनी आत्मा दे नेड़े आपां ने बैठना है भाई। आई जपना हैगा, आई सिमरना हैगा, आई ध्याना हैगा। फिर बार बार जिहड़ा हैगा ये फिर आपां एक अखर दे उत्ते फिर भटक जाना है। कल में एक नाम कृपानिध, परमेश्वर का नाम किसने कहना वाहिगुरु हैगा, किसने कहा अल्लाह हो, किसने कहना किसने हरिओम। मालक परमात्मा का नाम जिहड़ा हैगा वो मालक दी नेड़ता हैगी भाई। मालक दी नेड़ता हैगी, मालक दी याद हैगी बस। कल में एक नाम कृपानिध जाहे जपै गत पावै आवर धर्म। क्योंकि आपां वाहिगुरू वाहिगुरू कर रहे हैं तो विचार बंद कर रहे हैं, विचार बंद हो जाएंगे बस। वो वाहिगुरू वाहिगुरू करते सुनन दे विच अपना जिहड़ा हैगा उस मालक परमात्मा आत्मा दे नेड़ता प्राप्त हो जाएगी। उस तो बाद भी सुन्न होना है, करते जिहड़ा कद तक करांगे आपां, उस तो बाद अपने आप ही चुप हो जाना है। बोलते अपना जिहड़ा हैगा आपां अपनी एनर्जी जिहड़ी हैगी वैसे आपां ने जिहड़ा हैगा थोड़े किन्नी पुकार करांगे, आटोमैटिकली जिहड़ा हैगा आपां चुप होवां, अल्टीमेटली चुप ही होना है। कल में एक नाम कृपानिध जाहे जपै गत पावै और धर्म ताके सम नाहिन यह वेद बतावै। सुख दुख रहत सदा निर्लेपी जाको कहत गुसाई। सो तुम ही मैं बसै निरंतर नानक दर्पण न्याय। सोठ महला 9वां। माई मैं कह विद लखों गुसाई महामोह अज्ञान तिमर मोह मन रहो उर जाई। कहते हे मेरी माँ, मैं किस तरीके दे नाल वो मालक परमात्मा नूं लखां। माई जिहड़ी हैगी ये मालक गुरु जिहड़ा हैगे, माँ अपनी कौन है? गुरु। माँ अपनी गुरु है। अल्टीमेटली जिहड़ा हैगा माँ प्यो अपने परमात्मा हैगा और गुरु के रूप च संसार दे विच हैगा ज्ञान। माई मैं कह विद लखों गुसाई, क्योंकि गुरु ने ज्ञान देना है, माँ ने ज्ञान देना है, माँ ने दसना है बई किस तरीके दे नाल तेरा जिहड़ा हैगा मालक परमात्मा नूं मिलण दी जिहड़ी हैगी इच्छा तेरी पूरी होनी है। माई मैं कह विद लखों गुसाई, किस तरह मैं मालक परमात्मा मेरे अंदर प्रगट हो जाए। माई मैं कह विद लखों गुसाई महामोह। कहते इन्ना मोह आ, इन्ना मोह आ। महामोह अज्ञान तिमर, इन्ना अंधेरा अज्ञानता दा ये महामोह, ये माया जो मालक ने पाई है
ਜੋ ਆਕਾਰ, ਜੋ ਚੋਗਾ, ਜੋ ਇਹ ਰਸਕਸ ਦੁਨੀਆ ਦੇ ਪਦਾਰਥ, ਕਹਿੰਦੇ ਇੰਨਾ ਜ਼ਿਆਦਾ ਮੋਹ ਹੈ, ਇੰਨਾ ਜ਼ਿਆਦਾ। ਦੇਖ ਲਓ ਘਰ ਗ੍ਰਸਤੀ, ਘਰ ਵਾਲੀ, ਬੱਚੇ, ਸਾਰਾ ਦੇਖ ਲਓ ਪੂਰਾ ਦਾ ਪੂਰਾ। ਕਹਿੰਦੇ ਕੀ ਹੈ? ਮਹਾਮੋਹ। ਔਰ ਕੀ ਹੈ? ਅਗਿਆਨ। ਅਗਿਆਨ ਤਿਮਰ, ਤਿਮਰ ਕਹਿੰਦੇ ਹਨੇਰਾ। ਮਹਾਮੋਹ ਅਗਿਆਨ ਤਿਮਰ, ਐਸਾ ਹਨੇਰਾ ਆ ਭਾਈ, ਲਾਈਟ ਦਿਸਦੀ ਨਹੀਂ, ਰਸਤਾ ਪਤਾ ਹੀ ਨਹੀਂ ਲੱਗਦਾ। ਮੋਹ ਮਨ ਰਹੇ ਉਲਝਾਈ, ਮਨ ਪੂਰੀ ਤਰ੍ਹਾਂ ਹੋਇਆ ਇਹਦੇ ਨਾਲ ਹੀ ਉਲਝਿਆ ਰਹਿੰਦਾ। ਪਰਮਾਤਮਾ ਕਿੱਥੇ ਹੈ ਇਹਦੇ ਵਿੱਚ? ਪਰਮਾਤਮਾ ਵੱਲ ਨੂੰ ਤਾਂ ਸੁਰਤੀ ਇੱਕ ਸਵਾਸ ਵੀ ਨਹੀਂ ਜਾਂਦਾ ਉਹਦੇ ਮਾਲਕ ਵੱਲ ਨੂੰ। ਤਾਂ ਇਹ ਦੁਨੀਆ ਦੀ ਐਸੀਆਂ ਜਿਹੜੀਆਂ ਹੈਗੀਆਂ, ਇਨਸਾਨ ਨੂੰ ਪਹਿਲੀ ਗੱਲ ਤਾਂ ਇਨਸਾਨ ਨੂੰ ਪਤਾ ਹੀ ਨਹੀਂ ਹੁੰਦਾ ਵੀ ਮੈਂ ਮਰਨਾ ਵੀ ਹੈਗਾ, ਮੈਂ ਕਮਜ਼ੋਰ ਵੀ ਹੋਣਾ ਹੈ, ਮੈਂ ਬੁਢੇਪਾ ਵੀ ਆਊਗਾ ਮੇਰੇ ਉੱਤੇ। ਮਹਾਮੋਹ ਅਗਿਆਨ ਤਿਮਰ, ਮੋਹ ਮਨ ਰਹਿਓ ਉਲਝਾਈ ਰਹਾਓ। ਸਗਲ ਜਨਮ ਭਰਮ ਹੀ ਭਰਮ ਖੋਇਓ, ਨੈ ਅਸਥਿਰ ਮਤ ਪਾਈ। ਕਹਿੰਦੇ ਸਾਰਾ ਜਨਮ ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਭਰਮ ਦੇ ਵਿੱਚ ਹੀ ਖੋ ਦਿੱਤਾ, ਭਟਕਦੇ ਭਟਕਦੇ। ਅਸਥਿਰ ਮਤ ਜਿਹੜੀ ਹੈਗੀ, ਕਿਵੇਂ ਮੈਂ ਜਿਹੜਾ ਸਥਿਰ ਹੋ ਜਾਵਾਂ, ਆਪਣੇ ਮਨ ਨੂੰ ਕਿਵੇਂ ਸਥਿਰ ਕਰਾਂ? ਕਹਿੰਦੇ ਉਹ ਤਾਂ ਪਾਈ ਨਹੀਂ। ਇਹ ਵਿਚਾਰਾਂ ਤੋਂ, ਇਹ ਅਗਿਆਨਤਾ ਦੇ ਹਨੇਰੇ ਤੋਂ ਕਿਵੇਂ ਨਿਕਲਾਂ ਮੈਂ? ਵਿਖਿਆ ਸਕਤ ਰਹਿਓ ਨਿਸ ਬਾਸੁਰ, ਨੈ ਛੁੱਟੀ ਅਦਮਾਈ। ਕਹਿੰਦੇ ਇਸ ਤਰੀਕੇ ਦੇ ਨਾਲ ਇਹ ਮਾਇਆ ਜਿਹੜੀ ਹੈਗੀ ਆ ਨਹੀਂ ਛੁੱਟੀ ਪਾਈ। ਐਸੀ ਮਾਲਕ ਪਰਮਾਤਮਾ ਨੇ ਮਾਇਆ ਪਾਈ ਹੋਈ ਆ, ਇਹ ਜਿਹੜੀ ਹੈਗੀ ਆ ਨਹੀਂ ਛੁੱਟੀ। ਮੈਂ ਵਿਖਿਆ ਸਕਤ, ਇਹ ਵਿਖਿਆ ਆ ਭਾਈ, ਆਈ ਵਿਖਿਆ ਹੈ। ਦੇਖ ਲਓ ਆ ਜਿਹੜਾ ਜੋ ਕੁਛ ਆਪਾਂ ਜਿਹਦੇ ਨਾਲ ਜੋ ਵੀ ਆਕਾਰ ਆਪਾਂ ਨੂੰ ਦਿਸਦਾ ਹੈ, ਸਾਰੀ ਦੀ ਸਾਰੀ ਵਿਖਿਆ ਹੈਗੀ ਆ। ਵਿਖਿਆ ਸਕਤ ਸ਼ਕਤੀ ਹੈ ਮਾਲਕ ਪਰਮਾਤਮਾ ਦੀ, ਵਿਖਿਆ ਸ਼ਕਤ। ਇਹ ਐਕਚੁਅਲੀ ਜਿਹੜਾ ਨਾ ਇਹ ਸੰਧੀ ਹੈ, ਇਹ ਸੰਧੀ ਇਹਨੂੰ ਸੰਧੀ ਵਿਛੇਦ ਕਰੀਏ ਆਪਾਂ ਇਹਨੂੰ। ਵਿਖਿਆ ਆਸਕਤ, ਆਸਕਤ ਮਤਲਬ ਉਹਦੀ ਖਿੱਚ, ਵਿਖਿਆ ਦੇ ਨਾਲ, ਵਿਖਿਆ ਦੀ ਖਿੱਚ। ਬਸ ਇਹ ਮਾਇਆ ਜਿਹੜੀ ਵਿਖਿਆ ਪਾਈ ਹੋਈ ਆ, ਉਹਦੇ ਆਪਾਂ ਆਸ਼ਕ ਬਣੇ ਹੋਏ ਆ। ਬਸ ਆਸ਼ਕਤ, ਵਿਖਿਆ ਆਸ਼ਕਤ, ਵਿਖਿਆ ਅਸ਼ਕਤ, ਇਹਦੀ ਸੰਧੀ ਵਿਛੇਦ ਕਰ ਦਿਓ, ਬਿਲਕੁਲ ਪਤਾ ਲੱਗ ਜਾਏਗਾ ਭਾਈ ਜ਼ਹਿਰ ਦੇ ਨਾਲ ਅਟਰੈਕਟ ਹੋਏ ਪਏ ਆ ਆਪਾਂ। ਨਿਸਬਾਸੂ, ਰਾਤ ਦਿਨ 24/7 ਵਿਖਿਆ ਆਸ਼ਕਤ। ਆਹ ਵਰਡ ਯਾਦ ਰੱਖੀਏ ਤਾਂ ਮੜ ਕੇ ਲਾਉਣ ਵਾਲਾ ਹੈ ਭਾਈ। ਵਿਖਿਆ ਆਸ਼ਕਤ ਰਹਿਓ ਨਿਸਬਾਸੁਰ, ਨੈ ਛੁੱਟੀ ਅਦਮਾਈ। ਕਹਿੰਦੇ ਨਹੀਂ ਛੁੱਟਦੀ ਇਹ ਮਾਇਆ, ਨਹੀਂ ਛੁੱਟਦੀ ਭਾਈ, ਅਦਮੂਆ ਕਰ ਦਿੰਦੀ ਆਪਾਂ ਨੂੰ ਬਿਲਕੁਲ। ਦੇਖ ਲਓ ਬਿਲਕੁਲ ਆਪਾਂ ਨੂੰ ਜਿਹੜਾ ਹੈਗਾ ਇਹਨੇ ਪੂਰੀ ਤਰ੍ਹਾਂ, ਕਹਿੰਦੇ ਨਾ ਬਸ ਜਿਸ ਤਰ੍ਹਾਂ ਜਿਹੜੇ ਹੈਗੇ ਇਨਸਾਨ ਨੂੰ ਜਿਹੜਾ ਹੈਗਾ ਇੰਜੈਕਸ਼ਨ ਲਗਾ ਕੇ ਔਰ ਜਿਹੜਾ ਪੂਰਾ ਦਾ ਪੂਰਾ ਜਿਹੜਾ ਹੈਗਾ ਉਹਨੂੰ ਨਸ਼ੇ 'ਚ ਕਰਤਾ ਹੈ, ਇਹ ਛੁੱਟਦੀ ਨਹੀਂ ਹੈ। ਐਸਾ ਜਿਹੜਾ ਹੈਗਾ ਇਹਨੇ ਜਿਹੜਾ ਮੋਇਆ ਹੋਇਆ ਹੈ। ਸਾਧ ਸੰਗਤ ਕਬਹੂ ਨਹੀਂ ਕੀਨਾ, ਨਾ ਕੀਰਤ ਪ੍ਰਭ ਗਾਈ। ਕਹਿੰਦੇ ਆਹ ਤਾਂ ਕਰਨੀ ਨਹੀਂ ਦਿੰਦੀ, ਨਾ ਸਾਧ ਸੰਗਤ ਦੇ ਵਿੱਚ ਜਾਣ ਦਿੰਦੀ ਆ, ਕਦੀ ਕੀਤਾ ਹੀ ਨਹੀਂ। ਕਹਿੰਦੇ ਨਾ ਹੀ ਪਰਮਾਤਮਾ ਦੀ ਭਗਤੀ ਕੀਤੀ ਹੈ, ਨਾ ਹੀ ਮਾਲਕ ਦੀ ਕੀਰਤੀ ਗਾਈ ਹੈ। ਜਨ ਨਾਨਕ ਮੈਂ ਨਾਹੇ ਕੋ ਗੁਣ, ਰਾਖ ਲਿਓ ਸਰਣਾਈ। ਹੇ ਮੇਰੇ ਮਾਲਕਾ, ਮੇਰੇ ਕੋਲ ਤਾਂ ਕੋਈ ਗੁਣ ਵੀ ਨਹੀਂ ਹੈ, ਮੈਂ ਪਰ ਤੇਰੀ ਸ਼ਰਨ ਦੇ ਵਿੱਚ ਆ ਗਿਆ ਹਾਂ ਮਾਲਕਾ, ਤੇਰੀ ਸ਼ਰਨ ਦੇ ਵਿੱਚ ਆ ਗਿਆ, ਮੈਨੂੰ ਰੱਖ ਲਾ, ਮੈਨੂੰ ਰੱਖ ਲਾ, ਮੇਰੇ ਉੱਤੇ ਮਿਹਰ ਕਰ ਮਾਲਕਾ, ਮੇਰੇ ਉੱਤੇ ਮਿਹਰ ਕਰ। ਹੁਣ ਜਿਹੜਾ ਨਾ ਇਸ ਤੋਂ ਅੱਗੇ ਇੱਕ ਸ਼ਬਦ ਹੋਰ ਲਵਾਂਗੇ ਆਪਾਂ। ਸੋਠ ਮਹਲਾ 9ਵਾਂ। ਮਾਈ ਮਨ ਮੇਰੋ ਬਸ ਨਾਹੇ। ਹੇ ਮਾਂ, ਹੇ ਗੁਰੂ, ਮੇਰਾ ਮਨ ਜਿਹੜਾ ਹੈਗਾ ਮੇਰੇ ਬਸ ਦੇ ਵਿੱਚ ਨਹੀਂ ਹੈਗਾ, ਮੇਰਾ ਮਨ ਦੇ ਉੱਤੇ ਮੇਰਾ ਕੰਟਰੋਲ ਨਹੀਂ ਹੈਗਾ। ਇਹ ਬਾਰ-ਬਾਰ ਮੈਨੂੰ ਡੇਗ ਦਿੰਦਾ ਹੈ, ਬਾਰ-ਬਾਰ ਮੈਨੂੰ ਡੇਗ ਦਿੰਦਾ ਹੈ। ਮਾਈ ਮਨ ਮੇਰੋ ਬਸ ਨਾਹੀ, ਨਿਸਬਾਸੁਰ ਬਿਖਿयन ਕੋ ਤਾਵਤ, ਕੇ ਵਿਦਰੋਹ ਕੋ ਤਾਹੇ ਰਹਾਓ। ਰਾਤ ਦਿਨ ਜਿਹੜਾ ਵਿਖਿਆ ਸਕਤ ਰਹਿੰਦਾ ਹੈ, ਰਾਤ ਦਿਨ ਦੌੜਦਾ ਹੈ ਵਿਸ਼ੇ ਵਿਕਾਰਾਂ ਵੱਲ। ਕਿੰਨਾ ਮਰਜੀ ਗਿਆਨ ਦੇ ਦਿਓ, ਕਿੰਨਾ ਮਰਜੀ ਗਿਆਨ ਦੇ ਦਿਓ, ਕਿੰਨੀ ਮਰਜੀ ਗੁਰਬਾਣੀ ਪੜ੍ਹ ਲਾਂ, ਕਿੰਨੇ ਮਰਜੀ ਸ਼ਬਦ ਲੈ ਲਾਂ, ਕਿੰਨਾ ਮਰਜੀ ਗਿਆਨ ਕਰ ਲਾਂ, ਕਿੰਨਾ ਮਰਜੀ ਸੁਣ ਲਵਾਂ, ਫਿਰ ਜਿਹੜਾ ਹੈਗਾ ਭੱਜ ਜਾਂਦਾ ਹੈ, ਫਿਰ ਜਿਹੜਾ ਹੈਗਾ ਫਿਰ ਵਿਖਿਆ ਸਕਤ ਹੋ ਜਾਂਦਾ ਹੈ। ਮਾਈ ਮਨ ਮੇਰੋ ਬਸ ਨਾਹੇ। ਕੌਣ ਕਹਿ ਰਿਹਾ? 9ਵੀਂ ਪਾਤਸ਼ਾਹੀ ਕਹਿ ਰਹੀ ਹੈ ਭਾਈ। ਮਾਈ ਮਨ ਮੇਰੋ ਬਸ ਨਾਹੇ। ਦੇਖੋ ਇਹ ਪੁਕਾਰ ਹੋ ਰਹੀ ਹੈ ਭਾਈ, ਪੁਕਾਰ ਹੈ
ਦੇਖੋ ਕਿੱਥੇ ਆਪਾਂ ਨਿਕਲੇ ਪਏ ਆ। ਮਾਈ ਮਨ ਮੇਰੋ ਬਸ ਨਾਹੇ, ਨਿਸ ਬਾਸੁਰ ਵਿਖਿਆਨ ਕੋ ਤਾਵਤ, ਕਹਿ ਬਿਦ ਰੋਕੋ ਤਾਹੇ, ਕਿਸ ਤਰ੍ਹਾਂ ਰੋਕਾਂ ਉਹਨੂੰ। ਰਹਾਓ ਵੇਦ ਪੁਰਾਣ ਸਿਮਰਤ ਕੇ ਮਤ, ਸੁਨ ਨਿਮਕ ਨਾਹੀ ਇਹ ਬਸਾਵੇ। ਕਹਿੰਦੇ ਗਿਆਨ ਜਿਹੜਾ ਹੈਗਾ ਬਥੇਰਾ ਗਿਆਨ ਆ, ਬਥੇਰੀ ਮੱਤ ਦੇਈ ਦੀ ਇਹਨੂੰ, ਸੁਣਦਾ ਆ ਪਰ ਬਸਾਉਂਦਾ ਨਹੀਂ। ਮੇਰੇ ਤੇ ਅਪਲਾਈ ਹੁੰਦੀ ਹੈ ਜੀ ਜ਼ਰੂਰ 100%। ਸਾਰਿਆਂ ਤੇ ਹੁੰਦੀ ਹੈ ਵੀਰ ਜੀ, ਬਿਲਕੁਲ ਸਾਰਿਆਂ ਤੇ ਹੁੰਦੀ ਹੈ, ਬਿਲਕੁਲ ਸਾਰਿਆਂ ਤੇ ਹੁੰਦੀ ਹੈ। ਵੇਦ ਪੁਰਾਣ ਸਿਮਰਤ ਕੇ ਮਤ, ਸੁਨ ਨਿਮਕ ਨਾਹੀ ਇਹ ਬਸਾਵੇ। ਨਿਮਕ ਵਾਸਤੇ ਵੀ ਅੰਦਰ ਇਹਦੇ ਹਿਰਦੇ 'ਚ ਉਹ ਗੱਲ ਪਹੁੰਚਦੀ ਨਹੀਂ ਹੈ। ਹਿਰਦੇ ਦੇ ਵਿੱਚ, ਹਿਰਦੇ 'ਚ ਬਸਾਉਣੀ ਕੀ ਆ, ਬਈ ਆਹ ਸਹੀ ਆ ਭਾਈ, ਬਈ ਇਸ ਤਰ੍ਹਾਂ ਮੈਂ ਫਸਿਆ ਪਿਆ ਹਾਂ, ਆਹ ਗਿਆਨ ਲੈ ਕੇ ਧਿਆਨ ਸਿਮਰਨ ਕਰਾਂ ਮੈਂ। ਨਹੀਂ ਬਸ ਫਿਰ ਆਪਾਂ ਨੇ ਫਿਰ ਮਾਇਆ ਦੇ ਵਿੱਚ ਫਿਰ ਆਪਾਂ ਨੇ ਤੁਰ ਪੈਣਾ ਆਪਣੇ ਜਿਹੜੇ ਹੈਗੇ, ਜੋ ਵੀ ਜਿਹੜੇ ਹੈਗੇ ਆਪਾਂ ਜਿਹਨੂੰ ਪ੍ਰਾਇਰਟੀ ਦਿੱਤੀ ਹੋਈ ਹੈ ਕੰਮਾਂ ਨੂੰ। ਬਸ ਵੇਦ ਪੁਰਾਣ ਸਿਮਰਤ ਕੇ ਮਤ, ਸੁਨ ਨਿਮਕ ਨਾਹੀ ਬਸਾਵੇ। ਪਰ ਧਨ ਪਰ ਧਾਰਾ ਸਿਉ ਰਚਿਓ, ਬਿਰਥਾ ਜਨਮ ਸਿਰਾਵੇ। ਕਹਿੰਦੇ ਬਸ ਪਰਾਇਆ ਧਨ ਤੇ ਪਰਾਈ ਇਸਤਰੀ, ਪਰਾਇਆ ਮਰਦ, ਕਾਮ। ਦੇਖ ਲਓ ਬਿਲਕੁਲ ਕ੍ਰਿਸਟਲ ਕਲੀਅਰ 9ਵੀਂ ਪਾਤਸ਼ਾਹੀ ਕਹਿ ਰਹੀ ਹੈ ਭਾਈ। ਕਹਿੰਦੇ ਜੀ 26 ਸਾਲ ਜਿਨ੍ਹਾਂ ਨੇ ਭਗਤੀ ਕੀਤੀ, ਆ ਉਹਨਾਂ ਦਾ ਗਿਆਨ ਹੈ ਭਾਈ, ਆ ਉਹ ਗਿਆਨ ਦੇ ਰਹੇ, ਉਹਨਾਂ ਦੇ ਆਪਣੇ ਬੋਲ ਹੈਗੇ ਭਾਈ, ਆ ਕਹਿ ਰਹੇ ਆ ਮਹਾਰਾਜ। ਵੇਦ ਪੁਰਾਣ ਸਿਮਰਤ ਕੇ ਮਤ, ਸੁਨ ਨਿਮਕ ਨਾਹੀ ਬਸਾਵੇ। ਪਰ ਧਨ ਪਰ ਧਾਰਾ ਸਿਉ ਰਚਿਓ, ਬਿਰਥਾ ਜਨਮ ਸਿਰਾਵੇ। ਮਦ ਮਾਇਆ ਕੇ ਭਇਓ ਬਾਬਰੋ, ਸੂਝਤ ਨ ਕਛ ਗਿਆਨਾ। ਕਹਿੰਦੇ ਐਸਾ ਨਸ਼ਾ ਕੀਤਾ, ਐਸਾ ਵਿਖਿਆ ਸਖਤ ਹੋਇਆ ਪਿਆ ਆ, ਬਾਵਰਾ ਹੋ ਗਿਆ, ਬਾਵਰਾ, ਪਾਗਲ ਹੋਇਆ ਫਿਰਦਾ ਹੈ, ਪਾਗਲ ਹੋਇਆ ਫਿਰਦਾ ਹੈ। ਮਦ ਮਾਇਆ ਕਾ ਭਇਓ ਬਾਬਰੋ, ਸੂਝਤ ਨ ਕਛ ਗਿਆਨਾ। ਇਹਨੂੰ ਕੋਈ ਗਿਆਨ ਦੀ ਗੱਲ ਪਹੁੰਚਦੀ ਨਹੀਂ ਹੈ, ਸੁੱਝਦੀ ਨਹੀਂ ਹੈ, ਸੁਣਦਾ ਹੀ ਨਹੀਂ ਹੈ। ਕਹਿੰਦਾ ਤੁਸੀਂ ਆਪਣਾ ਆਪਣੇ ਕੋਲ ਰੱਖੋ, ਮੈਨੂੰ ਇਸ ਤਰ੍ਹਾਂ ਰਹਿਣ ਦਿਓ, ਮੈਨੂੰ ਇੱਥੇ ਰਹਿਣ ਦਿਓ। ਬਸ ਵੱਡੇ ਗਿਆਨੀ, ਵੱਡੇ ਧਿਆਨੀ ਇਸ ਤਰ੍ਹਾਂ ਦੇ ਕਮੈਂਟਸ ਆ ਜਾਂਦੇ ਆ। ਮਦ ਮਾਇਆ ਕੇ ਭਇਓ ਬਾਬਰੋ, ਸੂਝਤ ਨ ਕਛ ਗਿਆਨਾ। ਕਟੀ ਭੀਤਰ ਬਸਤ ਨਿਰੰਜਨ, ਤਾਂ ਕੋ ਮਰਮ ਨਾ ਜਾਣਾ। ਕਹਿੰਦੇ ਉਹ ਮਾਲਕ ਅੰਦਰ ਹੀ ਬੈਠਾ ਹੋਇਆ, ਮਾਲਕ ਪਰਮਾਤਮਾ ਅੰਦਰ ਹੀ ਬੈਠਾ ਨਿਰੰਜਨ। ਉਹਦਾ ਮਰਮ, ਉਹਦੇ ਬਾਰੇ ਕੋਈ ਪਤਾ ਹੀ ਨਹੀਂ ਹੈ। ਉਹ ਸੋਚਦਾ ਹੈ ਬਸ ਮਨ ਦੇ ਅਧੀਨ ਐਸਾ ਜਿਹੜਾ ਹੈਗਾ, ਮਨ ਨੇ ਉਹਨੂੰ ਜਿਹੜਾ ਹੈਗਾ ਟਰੈਪ ਕੀਤਾ ਹੋਇਆ, ਪੂਰਾ ਦਾ ਪੂਰਾ ਉਹਦੇ ਕੇਸ ਫੜੇ ਹੋਏ ਆ, ਜਿੱਧਰ ਨੂੰ ਘੁਮਾਉਂਦਾ ਹੈ ਉੱਧਰ ਨੂੰ ਘੁੰਮੀ ਜਾਂਦਾ ਹੈ ਮਾਇਆ ਦੇ ਵਿੱਚ। ਮਦ ਮਾਇਆ ਕੇ ਭਇਓ ਬਾਬਰੋ, ਸੂਝਤ ਨ ਕਛ ਗਿਆਨਾ। ਕਟੀ ਭੀਤਰ ਬਸਤ ਨਿਰੰਜਨ, ਤਾਂ ਕੋ ਮਰਮ ਨਾ ਜਾਣਾ। ਜਬ ਹੀ शरण साध की आयो, दुर्मत सगल बिनासी। देखो साध ਦੀ शरण ਚ ਆਉਣਾ ਕੀ ਆ, ਵੀ ਗੁਰੂ ਦੀ ਗੱਲ ਮੰਨ ਲੈਣੀ। ਸ਼ਰਨ ਚ ਆਉਣਾ, ਕਿਸੇ ਦੀ ਸ਼ਰਨ ਚ ਆਉਣਾ ਕੀ ਆ, ਬਈ ਮੈਂ ਕਰਕੇ ਦੇਖ ਲਿਆ, ਮੈਨੂੰ ਨਹੀਂ, ਮੈਨੂੰ ਬਚਾ ਭਾਈ, ਮੈਨੂੰ ਇਸ ਚੋਂ ਬਚਾ, ਮੈਂ ਤੇਰੀ ਸ਼ਰਨ ਚ ਆ ਗਿਆ, ਹੁਣ ਮੇਰੀ ਹੈਲਪ ਕਰ। ਬਸ ਜਬ ਹੀ शरण साध की आयो, दुर्मत सगल बिनासी। ਬਸ ਜਦ ਧਿਆਨ ਸਿਮਰਨ ਸ਼ੁਰੂ ਕੀਤਾ, ਦਸ ਪਰਮਾਤਮਾ ਦਾ ਨਾਮ ਇਹਦੇ ਅੰਦਰ, ਇਹਦੇ ਜੀਵਨ ਦੇ ਵਿੱਚ ਆ ਗਿਆ, ਆ ਭਗਤੀ ਆ ਗਈ, ਭੈੜੀ ਮਤ ਵਿਨਾਸ਼ਨੀ ਸ਼ੁਰੂ ਹੋ ਗਈ। ਪਹਿਲੇ ਦਿਨ ਤੋਂ ਜਿਹੜਾ ਹੈਗਾ ਚੇਂਜ ਆਉਣਾ ਲਾਜ਼ਮੀ ਹੈਗਾ ਭਾਈ, ਜੇ ਆਪਾਂ ਧਿਆਨ ਸਿਮਰਨ ਕਰ ਰਹੇ ਹਾਂ, ਜੇ ਆਪਾਂ ਆਪਣੇ ਵਿਚਾਰਾਂ ਨੂੰ ਦੇਖ ਰਹੇ ਹਾਂ, ਤੇ ਜੇ ਆਪਾਂ ਉਸ ਮਾਲਕ ਨੂੰ ਚੇਤੇ ਕਰ ਰਹੇ ਹਾਂ ਤਾਂ। ਤਬ ਨਾਨਕ ਚੇਤਿਓ ਚਿੰਤਾ ਮਨ, ਕਾਟੀ ਜਮ ਕੀ ਫਾਸੀ। ਆ ਲਓ ਚੇਤਿਓ, ਚਿੱਤ ਦੇ ਵਿੱਚ ਉਹ ਮਾਲਕ ਆ ਗਿਆ, ਵਿਚਾਰ ਪਾਸੇ ਹੋ ਗਏ, ਚਿੰਤਾ ਦਾ ਮਣੀ ਉਹ ਮਾਲਕ ਪਰਮਾਤਮਾ ਚੇਤੇ 'ਚ ਆ ਗਿਆ। ਤਬ ਨਾਨਕ ਚੇਤਿਓ ਚਿੰਤਾ ਮਨ, ਕਾਟੀ ਜਮ ਕੀ ਫਾਸੀ। ਆਪਣੇ ਅੰਦਰ ਆਪਣੀ ਆਤਮਾ ਦੇ ਨਾਲ ਅਡੋਲ ਹੋ ਗਿਆ, ਔਰ ਜਮ ਦੀ ਫਾਹੀ ਜਿਹੜੀ ਹੈਗੀ ਘਟ ਗਈ। ਇੱਕ ਹੋਰ ਲਈਏ ਜੀ ਹੁਣ, ਜਿਹੜਾ ਹੈਗਾ ਦੇਖਦੇ ਕਿੰਨੇ ਕੁ ਹੈਗੇ ਸ਼ਬਦ, ਇਹ ਹੈ ਤਾਂ ਕਾਫੀ ਹੈ ਸ਼ਬਦ ਜੀ, ਹਲੇ 5-6 ਹੈਗੇ ਵੀਰ ਜੀ। ਹਾਂਜੀ ਚਲੋ, ਇੱਕ ਲੈ ਲਈਏ ਜੀ, ਚਲੋ ਇੱਕ ਹੋਰ ਲੈ ਲੈਂਦੇ ਹਾਂ। ਸੋਠ ਮਹਲਾ ਨਵਾਂ। ਰੇ ਨਰ ਇਹ ਵਿਦ ਸਾਚ, ਰੇ ਨਰ ਇਹ ਸਾਚੀ ਜੀ ਧਾਰ। ਰੇ ਨਰ, ਵੀਰ ਜੀ ਤੁਹਾਡਾ ਮਾਈਕ ਜਿਹੜਾ ਹੈ,
ਮਾਈਕ ਵੀਰ ਜੀ, ਹਾਂਜੀ। ਰੇਨਰ ਇਹ ਸਾਚੀ ਜੀ ਧਾਰ, ਕਹਿੰਦੇ ਆ ਸੱਚੀ ਗੱਲ ਆਪਣੇ, ਹੇ ਇਨਸਾਨ ਦੇ ਜਾਮੇ, ਇਨਸਾਨ ਦੀ ਜੂਨ ਦੇ ਵਿੱਚ ਆਇਆ ਹੈ ਤੂੰ ਭਾਈ ਨਰ। ਰੇਨਰ ਇਹ ਕੋਈ ਇਨਸਾਨ ਖਾਲੀ ਨਾਰੀ ਦੇ ਵਾਸਤੇ ਨਹੀਂ ਹੈ, ਨਰ ਦੇ ਵਾਸਤੇ ਐਵੇਂ ਨਹੀਂ ਹੈ ਭਾਈ, ਇਨਸਾਨ ਦੇ ਵਾਸਤੇ ਹੈ। ਕਹਿੰਦੇ ਆ ਮੇਰੀ ਗੱਲ ਸੱਚੀ ਜਿਹੜੀ ਹੈਗੀ ਆਪਣੇ ਵਸਾ ਲਾ ਆਪਣੇ ਅੰਦਰ। ਆ ਮੇਰਾ ਇੱਕ ਨੁਕਤਾ ਦੇ ਰਿਹਾ ਤੈਨੂੰ, ਬਸ ਆ ਨੁਕਤਾ ਆਪਣੇ ਅੰਦਰ ਚੰਗੀ ਤਰ੍ਹਾਂ ਇਹਨੂੰ ਘੁੱਟ ਕੇ ਗੱਠ ਬੰਨ ਲਾ ਪਿਆਰਿਆ, ਆਪਣੇ ਅੰਦਰ ਵਸਾ ਲਾ ਮੇਰੀ ਇੱਕ ਗੱਲ ਨੂੰ। ਮੈਂ ਇੱਕ ਨੁਕਤਾ ਦੇ ਰਿਹਾ ਤੈਨੂੰ। ਰੇਨਰ ਇਹ ਸਾਚੀ ਜੀ ਧਾਰ, ਸੱਚੀ ਗੱਲ ਤੈਨੂੰ ਸਮਝਾ ਰਿਹਾ ਹੈ ਪਿਆਰਿਆ, ਇਹਦੇ ਨਾਲ ਤੇਰਾ ਜੀਵਨ ਪਲਟੀ ਹੋ ਜਾਏਗਾ। ਰੇਨਰ ਇਹ ਸਾਚੀ ਜੀ ਧਾਰ, ਸਗਲ ਜਗਤ ਹੈ ਜੈਸੇ ਸੁਪਨਾ, ਬਿਨ ਸਤ ਲਗਤ ਨਾ ਬਾਰ ਰਹਾਓ। ਸਾਰਾ ਸੰਸਾਰ ਸੁਪਨਾ ਹੈ ਪਿਆਰਿਆ, ਤੇਰੀਆਂ ਅੱਖਾਂ ਬੰਦ ਹੋਣ ਲੱਗੇ ਟਾਈਮ ਨਹੀਂ ਲੱਗਣਾ, ਟਾਈਮ ਨਹੀਂ ਲੱਗਣਾ। ਆ ਸਰੀਰ ਵੀ ਇੱਥੇ ਪਿਆ ਰਹਿ ਜਾਣਾ ਹੈ। ਜੈਸੇ ਸਪਨਾ ਰਹਿਣ ਕਾ ਤੈਸਾ ਇਹ ਸੰਸਾਰ। ਹਾਂ, ਸਗਲ ਜਗਤ ਹੈ ਜੈਸੇ ਸੁਪਨਾ, ਬਿਨ ਸਤ ਲਗਤ ਨਾ ਬਾਰ ਰਹਾਓ। ਬਾਰੂ ਭੀਤ ਬਣਾਈ ਰਚਪਚ, ਰਹਿਤ ਨਹੀਂ ਦਿਨ ਚਾਰ। ਕਹਿੰਦੇ ਬਾਲੂ ਦੀ ਇਹ ਜਿਹੜਾ ਹੈਗਾ ਰੇਤਾ ਦੀ ਜਿਹੜੀ ਹੈਗੀ ਕੰਧ ਹੈਗੀ, ਇਸ ਤਰ੍ਹਾਂ ਤੂੰ ਰਚ ਕੇ ਇਹਨੂੰ ਸੀਮੈਂਟ ਲਾ ਕੇ ਸਾਰਾ ਜਿਹੜਾ ਪੱਕਾ ਕੀਤਾ ਹੋਇਆ ਇਹਨੂੰ, ਕਹਿੰਦੇ ਇਹਨੇ ਨਹੀਂ ਰਹਿਣਾ ਪਾਏ, 4 ਦਿਨ ਹੀ ਰਹਿਣਾ ਹੈ ਸਰੀਰ ਨੇ। ਜਿੰਨਾ ਮਰਜ਼ੀ ਜੋ ਮਰਜ਼ੀ ਕਰ ਲਾ, ਇਹ ਜਿਹੜੀਆਂ ਹੱਡੀਆਂ ਹੁੱਡੀਆਂ ਮਾਸ ਜੋ ਵੀ ਹੈਗਾ ਇਨਗਰੀਡੀਐਂਟਸ, ਇਹਨਾਂ ਦੇ ਨਾਲ ਤੇਰਾ ਸਰੀਰ ਬਣਿਆ ਹੋਇਆ ਭਾਈ, 5 ਤੱਤਾਂ ਦੇ ਨਾਲ। ਵਾਰੂ ਪੀਤ ਬਣਾਈ ਰਚਪਚ, ਰਹਿਤ ਨਹੀਂ ਦਿਨ ਚਾਰ। ਸਾਰਾ ਸੰਸਾਰ ਇਸੇ ਤਰੀਕੇ ਦੇ ਨਾਲ ਬਣਿਆ ਹੋਇਆ ਹੈ। ਤੈਸੇ ਹੀ ਇਹ ਸੁਖ ਮਾਇਆ ਕੇ ਉਰਜਿਓ ਕਹਾਂ ਗਵਾਰ। ਉਸੇ ਤਰੀਕੇ ਦੇ ਨਾਲ ਇਹ ਮਾਇਆ ਦੇ ਸੁੱਖ ਹੈ, ਪਦਾਰਥਾਂ ਦੇ ਸੁੱਖ ਹੈਗੇ, ਕਿੱਥੇ ਕਹਿੰਦਾ ਕਿੱਥੇ ਉਰਜਿਆ ਹੋਇਆ ਹੈ ਇਹ ਗਵਾਰ। ਹੇ ਇਨਸਾਨ ਕਿੱਥੇ ਤੂੰ ਆਹ ਗੱਲ ਸਮਝ ਲਾ ਪਿਆਰਿਆ, ਆਹ ਗੱਲ ਸਮਝ ਲਾ। ਇਹਨੇ ਵਿੰਸਣ ਦੇ ਟਾਈਮ ਨਹੀਂ ਲੱਗਣਾ, ਤੇਰਾ ਸਮਾਂ ਖਤਮ ਹੋ ਜਾਣਾ ਹੈ। ਅਜੂ ਸਮਝ ਕਛ ਬਿਗੜਿਓ ਨਾਹਿਨ, ਭਜ ਲੈ ਨਾਮ ਮੁਰਾਰ। ਹਾਲੇ ਵੀ ਸਮਝ ਲਾ ਪਿਆਰਿਆ, ਹਾਲੇ ਵੀ ਸਮਝ ਲਾ, ਜਿਹੜੀ ਵੀ ਅਵਸਥਾ 'ਤੇ ਹੈਗਾ, ਜਿੰਨੀ ਵੀ ਉਮਰ ਗੁਜ਼ਰ ਗਈ ਹੈ, ਹਾਲੇ ਵੀ ਜੇ ਕੁਛ ਬਾਕੀ ਹੈ ਪਿਆਰਿਆ, ਉਸੇ ਨੂੰ ਕਰ ਲਾ, ਉਸੇ ਦੇ ਨਾਲ ਗੱਲ ਬਣ ਜਾਣੀ ਹੈ ਤੇਰੀ। ਅਜੂ ਸਮਝ ਕਛ ਬਿਗੜਿਓ ਨਾਹਿਨ, ਹਾਲੇ ਵੀ ਕੁਛ ਨਹੀਂ ਵਿਗੜਿਆ ਪਿਆਰਿਆ, ਹਾਲੇ ਵੀ ਕੁਛ ਨਹੀਂ ਵਿਗੜਿਆ। ਭਜ ਲੈ ਨਾਮ ਮੁਰਾਰ, ਕਰ ਲਾ ਭਜਨ, ਕਰ ਲਾ ਭਜਨ ਉਸ ਮੁਰਾਰੀ ਦਾ, ਉਹ ਪਾਪ ਸਾਰੇ ਖੰਡਨ ਕਰ ਦੂਗਾ ਪਿਆਰਿਆ। ਉਸੇ ਵੇਲੇ ਮਨ ਤੇਰਾ ਜਿਹੜਾ ਹੈਗਾ, ਪਾਪ ਖੰਡਨ ਕੀ ਹੈ, ਮਨ ਜਿਹੜਾ ਹੈਗਾ ਵਿਚਾਰ ਮੁਕਤ, ਵਿਚਾਰ ਪਾਸੇ ਹੋ ਗਏ ਤੇ ਪਾਪ ਪਾਸੇ ਹੋ ਜਾਂਦੇ। ਅਜੂ ਸਮਝ ਕਛ ਬਿਗੜਿਓ ਨਾਹਿਨ, ਭਜ ਲੈ ਨਾਮ ਮੁਰਾਰ। ਆਪਣੀ ਸੁਰਤ ਜਿਹੜੀ ਹੈਗੀ ਆ ਮੁਰਾਰੀ ਨੂੰ ਯਾਦ ਕਰਨ 'ਚ ਲਗਾ ਦੇ। ਆਹੀ ਭਜਨ ਆ। ਕਹੋ ਨਾਨਕ ਨਿਜ ਮਤ ਸਾਧਨ ਕੋ, ਭਾਖਿਓ ਤੋਹੇ ਪੁਕਾਰ। ਕਹਿੰਦੇ ਪਿਆਰਿਆ ਇਹ ਸਾਧੂਆਂ ਦੀ, ਬ੍ਰਹਮ ਗਿਆਨੀਆਂ ਦੀ, ਗੁਰੂਆਂ ਦੀ ਪਰਸਨਲ ਐਡਵਾਈਸ ਹੈਗੀ ਆ। ਕਹੋ ਨਾਨਕ ਨਿਜ ਮਤ, ਪਰਸਨਲ ਉਹਨਾਂ ਦਾ ਐਡਵਾਈਸ ਹੈ ਗੁਰੂਆਂ ਦੀ, ਬ੍ਰਹਮ ਗਿਆਨੀਆਂ ਦੀ। ਮੇਰੀ 9ਵੀਂ ਪਾਤਸ਼ਾਹੀ ਕਹਿ ਰਹੀ ਪਰਸਨਲ ਮੋਢੇ ਤੇ ਹੱਥ ਰੱਖ ਕੇ, ਇਨ ਪਰਸਨ ਕਹੋ ਨਾਨਕ ਨਿਜ ਮਤ ਸਾਧਨ ਕੋ, ਭਾਖਿਓ ਤੋਹੇ ਪੁਕਾਰ। ਤੈਨੂੰ ਪੁਕਾਰ ਕੇ ਦੱਸ ਰਹੇ ਆ ਜਿਹੜੀ ਇਹ ਗੱਲ, ਇਹਨੂੰ ਲੈ ਲਾ, ਇਸ ਗੱਲ ਨੂੰ ਸਮਝ ਲਾ। ਵੀਰ ਜੀ ਛੋਟੇ ਛੋਟੇ ਆ, 3-4 ਲਾਈਨਾਂ ਤਾਂ ਲੈ ਲਓ, 10 ਮਿੰਟ 'ਚ ਖਤਮ ਹੋ ਜਾਣਗੇ। ਵੀਰ ਜੀ ਦੇਖ ਲਓ ਸਾਧ ਸੰਗਤ ਜੀ, ਹੈ ਕੋਈ ਇਸ ਤਰ੍ਹਾਂ? ਸਾਡਾ ਆਸਟ੍ਰੇਲੀਆ ਵਾਲਾ ਦਾ ਟਾਈਮ ਵੀ ਦੇਖ ਲਓ। ਚਲੋ ਫਿਰ ਕੱਲ ਲੈ ਲਾਂਗੇ ਵੀਰ ਜੀ, ਠੀਕ ਹੈ ਜੀ, ਕੋਈ ਗੱਲ ਨਹੀਂ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਰਨਜੀਤ ਵੀਰ ਜੀ ਤੁਹਾਡਾ ਟਾਈਮ ਕਰਕੇ 5 ਵਜੇ ਕੀਤਾ ਹੈਗਾ, ਤੁਹਾਡੇ ਕਰਕੇ ਹੀ। ਹਾਂ ਇਹ ਵੀ ਗੱਲ ਆ, ਦੇਖ ਲਓ ਇੰਨੀ ਸਵੇਰੇ ਭਾਜੀ ਉਹਦਾ ਤਾਂ ਕਰ ਲਓ, ਅਸੀਂ ਵੀ ਸਵੇਰ ਨੂੰ ਵੀ ਉੱਠਣਾ ਚਾਹੁੰਦੇ ਆ, ਉਹਦੇ ਵੀ ਗੱਲ ਨਹੀਂ ਬਣਦੀ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਲਕ ਦੀ ਦਰਗਾਹ 'ਚ ਲਾ ਦੋ, ਆਨੰਦ ਬਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਬਹੁਤ ਜਿਹੜਾ ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਤਾਂ ਬਿਲਕੁਲ ਜਿਹੜਾ ਨਾ ਮਹਾਰਾਜ ਨੇ ਜਿਹੜੇ ਨਾ ਹੱਥ ਰੱਖਿਆ, ਆਪਣੀ ਦੁਖਦੀ ਹੋਈ ਰੱਗ ਦੇ ਉੱਤੇ ਹੱਥ ਰੱਖਿਆ ਹੋਇਆ ਗੁਰੂ ਤੇਗ ਬਹਾਦਰ ਜੀ ਨੇ। ਹਾਂ ਬਿਲਕੁਲ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਡਿਸਕਸ ਕਰ ਰਹੇ,
ਭਾਜੀ ਆ ਇਹ ਗਿਆਨ ਮਾਲਕ ਗੁਰੂ ਨਾਨਕ ਨੌਵੇਂ ਪਾਤਸ਼ਾਹ ਦਾ ਗਿਆਨ ਮਤਲਬ ਪੂਰਾ ਸਰਲ ਆ ਜੀ, ਔਰ ਪੂਰਾ ਹੀ ਗਿਆਨ ਆ ਇਹਦੇ ਵਿੱਚ, ਹਾਂ, ਹਾਂ। ਪੂਰਾ ਹੀ ਸੌਖਾ ਸਮਝਣ ਵਾਸਤੇ। ਬਿਲਕੁਲ। ਪਰ ਭਾਜੀ ਉਹਨਾਂ ਨੇ ਇਹ ਵੀ ਕਿਹਾ ਕਿ ਮਨ ਮੇਰੇ ਵਸ਼ ਮੇ ਨਹੀਂ ਮਾਈ ਮਨ ਮੇਰੇ ਵਸ਼ ਮੇ ਨਹੀਂ। ਹਾਂ ਇਹ ਤਾਂ ਬਿਲਕੁਲ। ਗੱਲ ਸਹੀ ਕਹਿੰਦੇ ਹੋ। ਮਨ ਨੂੰ ਵਸ ਏਦਾਂ ਕਰਨ ਹੀ ਵਾਸਤੇ ਤਾਂ ਭਗਤੀ ਕਰਨੀ ਹੈ ਭਾਈ। ਇਹੀ ਤਾਂ ਮਨ ਨੂੰ ਤਾਂ ਖੜਾਉਣਾ ਹੈ ਆਪਾਂ ਨੇ, ਇਸੇ ਵਾਸਤੇ ਆਹੀ ਤਾਂ ਹੈ ਸਾਰਾ, ਇਹੀ ਤਾਂ ਭਗਤੀ ਹੈਗੀ। ਜੁਗਰਾਜ ਸਿੰਘ ਜੀ ਤੁਹਾਡਾ ਤਾਂ, ਜੁਗਰਾਜ ਸਿੰਘ ਜੀ ਤੁਸੀਂ ਆਪਣਾ ਮਾਈਕ ਖੋਲਤਾ ਜੀ। ਲਓ ਜੀ, ਮਹਾਰਾਜ ਮਿਹਰ ਕਰਨ ਜੀ, ਇਹ ਗਿਆਨ ਆਪਣੇ ਅੰਦਰ ਵਸੇ ਔਰ ਆਪਾਂ ਜਿਹੜੇ ਹੈਗੇ ਇਹ ਵਿਚਾਰਾਂ ਨੂੰ, ਇਹ ਮਾਇਆ ਨੂੰ ਜਿਹੜਾ ਹੈਗਾ ਇਹਨੂੰ ਛੱਡੀਏ। ਵਾਹਿਗੁਰੂ ਵਾਹਿਗੁਰੂ